ਮੇਰਾ ਨਾਮ ਪਰਨੀਤ ਹੈ। ਮੈਂ ਆਪਣੀ ਬੇਰੁਜ਼ਗਾਰੀ ਤੋਂ ਬਹੁਤ ਪਰੇਸ਼ਾਨ ਸੀ ਤੇ ਜਗ੍ਹਾ-ਜਗ੍ਹਾ ਨੌਕਰੀ ਲੱਭ-ਲੱਭ ਕੇ ਥੱਕ ਚੁੱਕਾ ਸੀ। ਇੱਕ ਜਗ੍ਹਾ ਮੇਰਾ ਇੰਟਰਵਿਊ ਸੀ ਪਰ ਮੈਨੂੰ ਉੱਥੇ ਵੀ ਨੌਕਰੀ ਨਹੀਂ ਮਿਲੀ ਸੀ। ਮੈਂ ਉੱਥੋਂ ਤੋਂ ਆ ਰਿਹਾ ਸੀ, ਗਰਮੀ ਬਹੁਤ ਤੇਜ਼ ਸੀ। ਸਿਰ ਉਠਾ ਕੇ ਆਸਮਾਨ ਦੀ ਤਰਫ ਦੇਖਿਆ ਤਾਂ ਧੁੱਪ ਅੱਖਾਂ ਵਿੱਚ ਚੁਭਣ ਲੱਗੀ ਸੀ। ਮੇਰੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ ਸੀ। ਮੱਥੇ ਉੱਤੇ ਆ ਰਿਹਾ ਪਸੀਨਾ ਮੈਂ ਸਾਫ਼ ਕੀਤਾ ਤੇ ਗਹਿਰਾ ਸਾਹ ਲਿਆ, ਆਸ-ਪਾਸ ਦੇਖਣ ਲੱਗਾ। ਅੱਜ ਤਾਂ ਸੂਰਜ ਵੀ ਅੱਗ ਉਗਲ ਰਿਹਾ ਸੀ। ਪਹਿਲਾਂ ਜੋ ਧੱਕੇ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਮੈਂ ਖਾ ਰਿਹਾ ਸੀ, ਉਹੀ ਮੇਰੇ ਲਈ ਬਹੁਤ ਸੀ ਕਿ ਅੱਜ ਇਸ ਗਰਮੀ ਨੇ ਵੀ ਮੇਰਾ ਦਿਮਾਗ ਖਰਾਬ ਕਰ ਦਿੱਤਾ ਸੀ। ਮੈਂ ਆਪਣੇ ਹੱਥ ਵਿੱਚ ਫੜੀ ਹੋਈ ਫਾਈਲ ਨੂੰ ਆਪਣੇ ਸਿਰ ਉੱਤੇ ਰੱਖ ਕੇ ਖੁਦ ਉੱਤੇ ਛਾਂ ਬਣਾਉਣ ਦੀ ਤਲਾਸ਼ ਕਰਨ ਲੱਗਾ। ਘੱਟ ਤੋਂ ਘੱਟ ਕੁਝ ਦੇਰ ਦੇ ਲਈ ਖੜਾ ਹੋ ਕੇ ਆਪਣੇ ਸਰੀਰ ਨੂੰ ਠੰਡਕ ਹੀ ਪਹੁੰਚਾ ਲਵਾਂ। ਸੜਕ ਕਿਨਾਰੇ ਮੈਂ ਤੇਜ਼-ਤੇਜ਼ ਕਦਮ ਉਠਾਉਂਦਾ ਹੋਇਆ ਚੱਲਦਾ ਜਾ ਰਿਹਾ ਸੀ। ਉਦੋਂ ਹੀ ਅਚਾਨਕ ਮੈਨੂੰ ਇੱਕ ਪੇੜ ਨਜ਼ਰ ਆਇਆ। ਮੈਂ ਉਸ ਪੇੜ ਦੇ ਨੀਚੇ ਆ ਕੇ ਖੜਾ ਹੋ ਗਿਆ। ਪੂਰੀ ਸੜਕ ਉੱਤੇ ਚਾਰੋਂ ਤਰਫ ਧੁੱਪ ਫੈਲੀ ਹੋਈ ਸੀ। ਇਸ ਪੇੜ ਦੀ ਛਾਂ ਹੇਠ ਖੜੇ ਹੋ ਕੇ ਮੈਨੂੰ ਕੁਝ ਸਕੂਨ ਮਿਲ ਗਿਆ ਸੀ। ਆਪਣੇ ਬੈਗ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ ਜਿਵੇਂ ਹੀ ਪਾਣੀ ਦੇ ਲਈ ਮੂੰਹ ਨੂੰ ਲਗਾਈ ਤਾਂ ਪਾਣੀ ਵੀ ਖਤਮ ਹੋ ਚੁੱਕਾ ਸੀ। ਪਾਣੀ ਦੀ ਇੱਕ ਬੂੰਦ ਵੀ ਬੋਤਲ ਦੇ ਅੰਦਰ ਮੌਜੂਦ ਨਹੀਂ ਸੀ। ਪਿਆਸ ਦੀ ਵਜ੍ਹਾ ਨਾਲ ਮੇਰਾ ਬੁਰਾ ਹਾਲ ਹੋ ਚੁੱਕਾ ਸੀ। ਦੂਰ-ਦੂਰ ਤੱਕ ਕਿਤੇ ਵੀ ਮੈਨੂੰ ਕੋਈ ਨਲਕਾ ਨਜ਼ਰ ਨਹੀਂ ਆ ਰਿਹਾ ਸੀ। ਪਿਆਸ ਨਾਲ ਗਲਾ ਸੁੱਕੀ ਜਾ ਰਿਹਾ ਸੀ। ਹਰ ਕੋਈ ਆਪਣੇ-ਆਪਣੇ ਕੰਮਾਂ ਵਿੱਚ ਬਿਜ਼ੀ ਸੀ। ਇੱਕ ਮੈਂ ਹੀ ਸੀ ਜੋ ਬੇਰੁਜ਼ਗਾਰ ਤੇ ਖੋਟਾ ਭਾਗ ਲੈ ਕੇ ਪੈਦਾ ਹੋਇਆ ਸੀ। ਬਚਪਨ ਤੋਂ ਲੈ ਕੇ ਜਵਾਨੀ ਤੱਕ ਪਹੁੰਚਦੇ ਮੈਂ ਬਹੁਤ ਸਾਰੇ ਸਬਕ ਸਿੱਖ ਲਏ ਸੀ। ਪਾਣੀ ਦੀ ਖਾਲੀ ਬੋਤਲ ਲੈ ਕੇ ਮੈਂ ਆਸ-ਪਾਸ ਨਜ਼ਰ ਦੌੜਾਉਣ ਲੱਗਾ ਕਿ ਕਿਤੋਂ ਤਾਂ ਪਾਣੀ ਦਾ ਅਰੇਂਜਮੈਂਟ ਹੋ ਜਾਵੇ, ਪਰ ਮੈਨੂੰ ਕਿਤੇ ਵੀ ਪਾਣੀ ਨਜ਼ਰ ਨਹੀਂ ਆ ਰਿਹਾ ਸੀ। ਜੇ ਕਿਤੇ ਕੋਈ ਨਲਕਾ ਦਿਖ ਜਾਂਦਾ ਤਾਂ ਮੈਂ ਇਸ ਬੋਤਲ ਨੂੰ ਹੀ ਭਰ ਲੈਂਦਾ। ਹਜੇ ਮੈਂ ਆਸ-ਪਾਸ ਦੇਖ ਹੀ ਰਿਹਾ ਸੀ ਕਿ ਅਚਾਨਕ ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੇ ਕੋਲ ਕੋਈ ਖੜਾ ਹੈ। ਉਦੋਂ ਹੀ ਕਿਸੇ ਨੇ ਮੇਰੇ ਅੱਗੇ ਹੱਥ ਵਧਾ ਦਿੱਤਾ। ਮੈਂ ਕਨਫਿਊਜ਼ ਹੋ ਰਿਹਾ ਸੀ। ਮੈਂ ਜਿਵੇਂ ਹੀ ਉਸ ਹੱਥ ਦੀ ਤਰਫ ਦੇਖਿਆ ਤਾਂ ਉਸ ਹੱਥ ਵਿੱਚ ਠੰਡੇ ਪਾਣੀ ਦੀ ਬੋਤਲ ਸੀ। ਉਹ ਹੱਥ ਮੇਰੀ ਤਰਫ ਵੱਧ ਰਿਹਾ ਸੀ। ਉਹ ਬਿਲਕੁਲ ਗੋਰਾ ਦੁੱਧ ਵਰਗਾ ਸਫੇਦ ਹੱਥ ਸੀ। ਉਸ ਵਿੱਚ ਸੋਨੇ ਦੀ ਇੱਕ ਅੰਗੂਠੀ ਤੇ ਚਮਕੀਲੀ ਚੂੜੀ ਸੀ। ਮੈਂ ਉਸ ਹੱਥ ਤੋਂ ਨਜ਼ਰ ਜਦੋਂ ਸਾਹਮਣੇ ਦੀ ਤਰਫ ਉਠਾਈ, ਉਸ ਇਨਸਾਨ ਦੇ ਚਿਹਰੇ ਉੱਤੇ ਪਾਈ ਤਾਂ ਮੈਂ ਚੌਂਕ ਗਿਆ ਸੀ। ਉਹ ਇੱਕ ਔਰਤ ਸੀ ਜਿਸਨੇ ਗੁਲਾਬੀ ਰੰਗ ਦੀ ਸਾੜੀ ਪਹਿਨੀ ਹੋਈ ਸੀ। ਉਹ ਔਰਤ ਬਹੁਤ ਜ਼ਿਆਦਾ ਖੂਬਸੂਰਤ ਸੀ। ਉਸਦੀ ਉਮਰ ਤਾਂ ਲਗਭਗ 40 ਸਾਲ ਲੱਗ ਰਹੀ ਸੀ, ਪਰ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਉਸਦਾ ਸਰੀਰ ਅਜਿਹਾ ਸੀ ਜਿਵੇਂ ਕਿਸੇ 25 ਸਾਲ ਦੀ ਕੁੜੀ ਦਾ ਹੁੰਦਾ ਹੈ। ਉਸਨੇ ਆਪਣੇ ਆਪ ਨੂੰ ਬਹੁਤ ਫਿੱਟ ਰੱਖਿਆ ਹੋਇਆ ਸੀ। ਉਸਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਤੇ ਚਿਹਰੇ ਉੱਤੇ ਮੁਸਕਰਾਹਟ ਆਈ ਹੋਈ ਸੀ। ਉਸਨੇ ਹਾਈ-ਫਾਈ ਮੇਕਅਪ ਕਰ ਰੱਖਿਆ ਸੀ। ਕਹਿਣ ਲੱਗੀ, "ਇਹ ਲਓ, ਪਾਣੀ ਪੀ ਲਓ। ਤੈਨੂੰ ਪਿਆਸ ਲੱਗ ਰਹੀ ਸੀ ਨਾ? ਮੈਂ ਉੱਥੋਂ ਦੂਰ ਖੜੀ ਹੋਈ ਤੈਨੂੰ ਕਾਫੀ ਦੇਰ ਤੋਂ ਦੇਖ ਰਹੀ ਹਾਂ। ਤੂੰ ਮੈਨੂੰ ਕੁਝ ਪਰੇਸ਼ਾਨ ਨਜ਼ਰ ਆ ਰਿਹਾ ਹੈ, ਜਿਵੇਂ ਤੇਰੀ ਹਾਲਤ ਹੈ। ਤੇਰੀ ਹਾਲਤ ਨੂੰ ਦੇਖ ਕੇ ਲੱਗਦਾ ਹੈ ਕਿ ਤੂੰ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਆ ਰਹੇ ਹੋ।" ਮੈਂ ਵੀ ਠੰਡੇ ਪਾਣੀ ਦੀ ਬੋਤਲ ਨੂੰ ਫੜਿਆ ਤੇ ਉੱਥੇ ਖੜਾ ਹੋ ਕੇ ਪਾਣੀ ਪੀਣ ਲੱਗਾ, ਕਿਉਂਕਿ ਹੁਣ ਮੈਂ ਵੀ ਜ਼ਿਆਦਾ ਦੇਰ ਪਾਣੀ ਦੇ ਬਿਨਾਂ ਨਹੀਂ ਰਹਿ ਸਕਦਾ ਸੀ। ਮੈਨੂੰ ਬਹੁਤ ਤੇਜ਼ ਪਿਆਸ ਲੱਗ ਰਹੀ ਸੀ। ਇੱਕ ਸਾਹ ਵਿੱਚ ਮੈਂ ਉਹ ਪਾਣੀ ਖਤਮ ਕਰ ਚੁੱਕਾ ਸੀ। ਮੈਂ ਉਹ ਬੋਤਲ ਉਸ ਔਰਤ ਨੂੰ ਵਾਪਸ ਕਰ ਦਿੱਤੀ। ਉਹ ਇੰਨੀ ਜ਼ਿਆਦਾ ਖੂਬਸੂਰਤ ਸੀ ਕਿ ਆਸ-ਪਾਸ ਦੇ ਕਾਫੀ ਸਾਰੇ ਮਰਦ ਉਸਨੂੰ ਘੂਰ-ਘੂਰ ਕੇ ਦੇਖ ਰਹੇ ਸੀ। ਉਹ ਇੱਕ ਵੱਡੀ ਸਾਰੀ ਗੱਡੀ ਵਿੱਚ ਆਈ ਸੀ। ਦੇਖਣ ਵਿੱਚ ਕਾਫੀ ਅਮੀਰ ਲੱਗ ਰਹੀ ਸੀ। ਉਸਦਾ ਪਹਿਰਾਵਾ ਦੱਸ ਰਿਹਾ ਸੀ ਕਿ ਉਹ ਬਹੁਤ ਅਮੀਰ ਤੇ ਚੰਗੇ ਪਰਿਵਾਰ ਨੂੰ ਬਿਲੋਂਗ ਕਰਦੀ ਹੈ। ਮੈਂ ਉਸ ਔਰਤ ਨੂੰ ਥੈਂਕ ਯੂ ਕਿਹਾ ਤੇ ਉਸਨੂੰ ਦੱਸਿਆ ਕਿ ਜੀ ਹਾਂ, ਮੈਂ ਇੱਥੇ ਆਪਣੀ ਜੌਬ ਦੀ ਇੰਟਰਵਿਊ ਦੇ ਲਈ ਆਇਆ ਸੀ। ਕਾਫੀ ਟਾਈਮ ਤੋਂ ਜੌਬ ਲੱਭ ਰਿਹਾ ਹਾਂ, ਪਰ ਜੌਬ ਨਹੀਂ ਮਿਲ ਰਹੀ। ਮੈਂ ਹਿੰਦੁਸਤਾਨ ਦੇ ਕਈ ਬੇਰੁਜ਼ਗਾਰ ਮੁੰਡਿਆਂ ਵਿੱਚੋਂ ਇੱਕ ਹਾਂ। ਕਾਫੀ ਜਗ੍ਹਾ ਉੱਤੇ ਨੌਕਰੀ ਦੇ ਲਈ ਇੰਟਰਵਿਊ ਦੇ ਚੁੱਕਾ ਹਾਂ, ਪਰ ਹਰ ਵਾਰ ਮੇਰੀ ਕਿਸਮਤ ਮੈਨੂੰ ਸਿਰਫ ਅੰਗੂਠਾ ਹੀ ਦਿਖਾ ਦਿੰਦੀ ਹੈ। ਜਾਣਦਾ ਹਾਂ ਕਿ ਹਰ ਜਗ੍ਹਾ ਸੋਚ ਦੇ ਥਰੂ ਹੀ ਨੌਕਰੀ ਮਿਲ ਪਾਉਂਦੀ ਹੈ, ਪਰ ਮੇਰੀ ਸੋਚ ਲਗਾਉਣ ਵਾਲਾ ਕੋਈ ਵੀ ਨਹੀਂ ਹੈ। ਮੇਰੇ ਇੰਨਾ ਪੜ੍ਹਿਆ ਲਿਖਿਆ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੈ। ਫਿਲਹਾਲ ਤੁਹਾਡਾ ਥੈਂਕ ਯੂ। ਮੈਂ ਉਸ ਔਰਤ ਨੂੰ 1-2 ਵਾਰ ਫਿਰ ਤੋਂ ਥੈਂਕ ਯੂ ਕਿਹਾ ਤੇ ਜਲਦੀ ਨਾਲ ਮੈਂ ਆਪਣੇ ਘਰ ਜਾਣਾ ਚਾਹੁੰਦਾ ਸੀ, ਕਿਉਂਕਿ ਘਰ ਜਾ ਕੇ ਮੈਂ ਆਪਣੀ ਬਿਮਾਰ ਮਾਂ
ਤੇ ਜਵਾਨ ਭੈਣ ਦੇ ਲਈ ਖਾਣੇ ਦੇ ਲਈ ਸਬਜ਼ੀ ਵਗੈਰਾ ਵੀ ਲੈ ਕੇ ਜਾਣੀ ਸੀ। ਮੈਂ ਇੱਥੋਂ ਤੋਂ ਖਾਣਾ ਪਕਾਉਣ ਦੇ ਲਈ ਕੁਝ ਲੈ ਕੇ ਜਾਂਦਾ, ਉਦੋਂ ਹੀ ਮੇਰੇ ਘਰ ਵਿੱਚ ਮੈਨੂੰ ਬਣਿਆ ਹੋਇਆ ਖਾਣਾ ਮਿਲਣਾ ਸੀ, ਕਿਉਂਕਿ ਇੱਕ ਮੈਂ ਹੀ ਸੀ ਜਿਸ ਦੇ ਉੱਪਰ ਘਰ ਦੀ ਸਾਰੀ ਜ਼ਿੰਮੇਵਾਰੀ ਸੀ। ਇਸ ਲਈ ਮੈਂ ਆਪਣਾ ਇੱਥੇ ਟਾਈਮ ਵੇਸਟ ਨਹੀਂ ਕਰ ਸਕਦਾ ਸੀ। ਉਸ ਔਰਤ ਨੂੰ ਸ਼ੁਕਰੀਆ ਅਦਾ ਕਰਕੇ ਮੈਂ ਉੱਥੋਂ ਤੋਂ ਤੇਜ਼ ਕਦਮ ਉਠਾਉਂਦਾ ਹੋਇਆ ਉਸ ਔਰਤ ਦੇ ਕੋਲੋਂ ਤੋਂ ਨਿਕਲ ਕੇ ਆਪਣੇ ਘਰ ਦੀ ਤਰਫ ਜਾਣ ਲੱਗਾ ਸੀ। ਪੈਸੇ ਬਚਾਉਣ ਦੇ ਚੱਕਰ ਵਿੱਚ ਮੈਂ ਜ਼ਿਆਦਾ ਤੋਂ ਜ਼ਿਆਦਾ ਪੈਦਲ ਜਾਂਦਾ ਸੀ, ਕਿਉਂਕਿ ਰਿਕਸ਼ੇ ਵਿੱਚ ਵੀ ਪੈਸੇ ਹੀ ਦਿੱਤੇ ਜਾਂਦੇ ਨੇ, ਕੋਈ ਸਾਨੂੰ ਫ੍ਰੀ ਵਿੱਚ ਤਾਂ ਘਰ ਤੱਕ ਨਹੀਂ ਛੱਡ ਸਕਦਾ। ਤੇ ਇੱਥੇ ਮੇਰੇ ਕੋਲ ਪੈਸੇ ਦੀ ਬਹੁਤ ਜ਼ਿਆਦਾ ਕਮੀ ਸੀ, ਬਹੁਤ ਸੋਚ ਸਮਝ ਕੇ ਚੱਲਣਾ ਪੈਂਦਾ ਸੀ। ਹਜੇ ਮੈਂ ਭੀੜ ਭਾੜ ਵਾਲੀ ਜਗ੍ਹਾ ਵਿੱਚੋਂ ਨਿਕਲ ਕੇ ਅੱਗੇ ਵੱਧ ਹੀ ਰਿਹਾ ਸੀ ਕਿ ਮੈਨੂੰ ਲੱਗਾ ਜਿਵੇਂ ਕੋਈ ਮੇਰਾ ਪਿੱਛਾ ਕਰ ਰਿਹਾ ਹੈ। ਮੈਂ ਜਿਵੇਂ ਹੀ ਪਿੱਛੇ ਮੁੜ ਕੇ ਦੇਖਿਆ ਤਾਂ ਉਹੀ ਗੁਲਾਬੀ ਸਾੜੀ ਵਾਲੀ ਔਰਤ ਮੇਰਾ ਪਿੱਛਾ ਕਰਦੇ ਹੋਏ ਆ ਰਹੀ ਸੀ। ਉਹ ਮੁਸਕਰਾਉਂਦੀ ਹੋਈ ਇੱਕ ਵਾਰ ਫਿਰ ਮੇਰੀ ਤਰਫ ਦੇਖਣ ਲੱਗੀ ਸੀ। ਮੈਂ ਕੁਝ ਸਮਝ ਨਹੀਂ ਪਾਇਆ ਸੀ। ਮੈਂ ਸੋਚਿਆ ਹੋ ਸਕਦਾ ਹੈ ਕਿ ਉਸ ਔਰਤ ਦਾ ਘਰ ਵੀ ਇਸੇ ਰਸਤੇ ਉੱਤੇ ਹੋਵੇ, ਪਰ ਉਹ ਪੈਦਲ ਕਿਉਂ ਆ ਰਹੀ ਸੀ? ਇਸ ਗੱਲ ਉੱਤੇ ਸੋਚਦੇ ਹੋਏ ਮੈਂ ਚੱਲ ਰਿਹਾ ਸੀ। ਫਿਰ ਉਹ ਮੇਰੇ ਬਰਾਬਰ ਵਿੱਚ ਆ ਕੇ ਮੇਰੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਲੱਗੀ ਤਾਂ 1 ਸੈਕਿੰਡ ਦੇ ਲਈ ਮੈਂ ਰੁਕ ਗਿਆ ਸੀ। ਮੇਰੇ ਰੁਕਣ ਉੱਤੇ ਉਹ ਔਰਤ ਵੀ ਰੁਕ ਗਈ ਤੇ ਫਿਰ ਸਟਾਈਲ ਮਾਰ ਕੇ ਖੜੀ ਹੋ ਗਈ ਤੇ ਲਗਾਤਾਰ ਮੈਨੂੰ ਦੇਖਣ ਲੱਗੀ। ਉਸ ਔਰਤ ਦੀਆਂ ਹਰਕਤਾਂ ਮੈਨੂੰ ਬਹੁਤ ਅਜੀਬ ਲੱਗ ਰਹੀਆਂ ਸੀ। ਮੈਨੂੰ ਤਾਂ ਉਹ ਕੋਈ ਮੈਂਟਲ ਜਿਹੀ ਲੱਗਣ ਲੱਗੀ ਸੀ, ਪਰ ਇੰਨੀ ਖੂਬਸੂਰਤ ਔਰਤ ਭਲਾ ਮੇਰਾ ਪਿੱਛਾ ਕਿਉਂ ਕਰ ਰਹੀ ਸੀ? ਫਿਲਹਾਲ ਮੇਰੀ ਖੁਦਾਰੀ ਮੇਰੇ ਵਿੱਚ ਆ ਗਈ ਸੀ ਤੇ ਮੈਂ ਉਸ ਔਰਤ ਦੀ ਚਲਾਕੀ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਮੈਂ ਘੂਰ ਕੇ ਉਸ ਨੂੰ ਦੇਖਿਆ ਤੇ ਕਹਿਣ ਲੱਗਾ ਕਿ ਕੀ ਗੱਲ ਹੈ ਮੈਡਮ, ਤੁਸੀਂ ਮੇਰਾ ਪਿੱਛਾ ਕਿਉਂ ਕਰ ਰਹੇ ਹੋ? ਮੈਂ ਤੁਹਾਨੂੰ ਥੈਂਕ ਯੂ ਬੋਲ ਦਿੱਤਾ ਹੈ ਕਿ ਹੁਣ ਤੁਹਾਨੂੰ ਪਾਣੀ ਦੇ ਵੀ ਪੈਸੇ ਦੇਣੇ ਪੈਣਗੇ। ਉਹ ਮੇਰੇ ਸ਼ਬਦ ਸੁਣ ਕੇ ਮੁਸਕਰਾਉਣ ਲੱਗੀ ਸੀ। ਉਸੇ ਟਾਈਮ ਉਸਨੇ ਆਪਣੇ ਪਰਸ ਵਿੱਚੋਂ ਇੱਕ ਲਿਫਾਫਾ ਕੱਢਿਆ ਤੇ ਮੇਰੇ ਹੱਥ ਉੱਤੇ ਰੱਖ ਦਿੱਤਾ। ਉਹ ਲਿਫਾਫਾ ਦੇਖ ਕੇ ਮੈਨੂੰ ਸ਼ੌਕ ਲੱਗਿਆ ਸੀ ਕਿ ਕੀ ਸੀ ਇਸ ਲਿਫਾਫੇ ਦੇ ਅੰਦਰ ਅਤੇ ਉਹ ਔਰਤ ਉਸਨੂੰ ਮੈਨੂੰ ਕਿਉਂ ਦੇ ਰਹੀ ਸੀ। ਮੈਂ ਖੋਲ੍ਹ ਕੇ ਦੇਖਿਆ ਤਾਂ ਮੈਨੂੰ ਅਚਾਨਕ ਹੀ ਝਟਕਾ ਲੱਗਾ ਸੀ। ਉਸ ਵਿੱਚ ਤਾਂ ਬਹੁਤ ਸਾਰੇ ਪੈਸੇ ਮੌਜੂਦ ਸੀ, ਜਿਨ੍ਹਾਂ ਨੂੰ ਮੈਂ ਗਿਣਿਆ ਤਾਂ ਨਹੀਂ ਸੀ, ਪਰ ਇੰਨਾ ਆਈਡੀਆ ਤਾਂ ਹੋ ਚੁੱਕਾ ਸੀ ਕਿ ਉਹ ਲੱਖਾਂ ਰੁਪਏ ਸੀ। ਮੇਰੇ ਤਾਂ ਹੱਥ ਕੰਬਣ ਲੱਗੇ ਸੀ। ਇੱਧਰ ਮੇਰੀ ਜੇਬ ਵਿੱਚ ਸਿਰਫ 200 ਹੀ ਰੁਪਇਆ ਸੀ ਤੇ ਔਰਤ ਕਹਿ ਰਹੀ ਸੀ ਕਿ ਇਹ 50 ਲੱਖ ਨੇ, ਇਹ ਪੈਸੇ ਤੇਰੇ ਵੀ ਹੋ ਸਕਦੇ ਨੇ, ਮੈਂ ਇਹਨਾਂ ਪੈਸਿਆਂ ਨੂੰ ਤੈਨੂੰ ਵੀ ਦੇ ਦੇਵਾਂਗੀ, ਕੀ ਤੂੰ ਇਹਨਾਂ 50 ਲੱਖ ਦੇ ਮਾਲਿਕ ਬਣਨਾ ਚਾਹੂੰਗੇ? ਉਸ ਔਰਤ ਦੀ ਗੱਲ ਸੁਣ ਕੇ ਮੈਂ ਤਾਂ ਬੜਾ ਹੈਰਾਨ ਹੋ ਰਿਹਾ ਸੀ। ਆਖਿਰ ਉਹ ਕਿਸ ਕੰਮ ਦੇ ਲਈ 50 ਲੱਖ ਦੇ ਰਹੀ ਸੀ? ਮੈਂ ਸਵਾਲ ਕੀਤਾ ਕਿ ਤੁਸੀਂ 50 ਲੱਖ ਮੈਨੂੰ ਕਿਉਂ ਦੇਣਾ ਚਾਹੁੰਦੇ ਹੋ? ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਹਾਂ, ਤੁਹਾਡੀ ਮੇਰੀ ਤਾਂ ਕੋਈ ਜਾਣ ਪਹਿਚਾਣ ਵੀ ਨਹੀਂ ਹੈ ਤੇ ਨਾ ਹੀ ਮੈਂ ਤੁਹਾਡਾ ਕੋਈ ਕੰਮ ਕੀਤਾ ਹੈ। ਫਿਰ ਆਖਿਰ ਤੁਸੀਂ ਮੈਨੂੰ ਇੰਨੇ ਸਾਰੇ ਪੈਸੇ ਦੇਣ ਦੇ ਲਈ ਕਿਉਂ ਤਿਆਰ ਹੋ? ਤੁਸੀਂ ਮੈਨੂੰ ਇਹ ਪੈਸੇ ਕਿਉਂ ਦੇਣਾ ਚਾਹੁੰਦੇ ਹੋ ਮੈਡਮ? ਕੀ ਤੁਸੀਂ ਮੈਨੂੰ ਬੇਵਕੂਫ ਬਣਾ ਰਹੇ ਹੋ? ਉਹ ਔਰਤ ਮੈਨੂੰ ਘੂਰ ਕੇ ਦੇਖਦੇ ਹੋਏ ਕਹਿਣ ਲੱਗੀ, ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦੀ ਹਾਂ, ਪਰ ਇੱਥੇ ਨਹੀਂ, ਅਸੀਂ ਦੋਨੇ ਅੱਗੇ ਕਿਤੇ ਬੈਠ ਕੇ ਤਸੱਲੀ ਦੇ ਨਾਲ ਗੱਲਬਾਤ ਕਰਦੇ ਹਾਂ। ਉਹ ਔਰਤ ਮੇਰੇ ਅੱਗੇ ਅੱਗੇ ਚੱਲ ਰਹੀ ਸੀ ਤੇ ਮੈਂ ਉਸਦੇ ਪਿੱਛੇ ਪਿੱਛੇ ਸੀ। ਉਸਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਸੀ। ਮੇਰੇ ਦਿਲ ਵਿੱਚ ਤਾਂ ਜਿਵੇਂ ਖੁਸ਼ੀ ਉਮੜ ਪਈ ਸੀ। ਉਹ ਔਰਤ 50 ਲੱਖ ਮੈਨੂੰ ਦੇਣ ਵਾਲੀ ਸੀ। ਮੈਂ ਤਾਂ 50 ਲੱਖ ਰੁਪਏ ਦੇ ਲਈ ਕੁਝ ਵੀ ਕਰਨ ਦੇ ਲਈ ਤਿਆਰ ਸੀ। ਆਖਿਰ 50 ਲੱਖ ਕੋਈ ਛੋਟੀ ਮੋਟੀ ਰਕਮ ਤਾਂ ਨਹੀਂ ਹੁੰਦੀ। ਘੱਟ ਤੋਂ ਘੱਟ ਮੇਰੇ ਵਰਗੇ ਗਰੀਬ ਦੇ ਲਈ ਤਾਂ ਇਹ ਪੈਸੇ ਘੱਟ ਨਹੀਂ ਸੀ। ਇਹਨਾਂ 50 ਲੱਖ ਨਾਲ ਤਾਂ ਮੈਂ ਆਪਣਾ ਕੋਈ ਵੀ ਕਾਰੋਬਾਰ ਕਰ ਸਕਦਾ ਸੀ। ਮੇਰੇ ਦਿਮਾਗ ਵਿੱਚ ਕਾਫੀ ਸਾਰੇ ਖਿਆਲ ਆਉਣ ਲੱਗੇ ਸੀ। ਉਹ ਔਰਤ ਚਲਦੇ ਚਲਦੇ ਮੈਨੂੰ ਹੋਟਲ ਵਿੱਚ ਲੈ ਆਈ। ਇੱਥੇ ਅੰਦਰ ਆਉਣ ਤੋਂ ਬਾਅਦ ਅਸੀਂ ਦੋਨੇ ਇੱਕ ਤਰਫ ਬੈਠ ਗਏ ਸੀ। ਉਸਨੇ ਵੇਟਰ ਨੂੰ ਕੌਫੀ ਦਾ ਆਰਡਰ ਦਿੱਤਾ। ਥੋੜ੍ਹੀ ਦੇਰ ਬਾਅਦ ਉਸ ਔਰਤ ਦੇ ਕੋਲ ਕਿਸੇ ਦੀ ਕਾਲ ਆ ਗਈ ਤੇ ਉਹ ਫੋਨ ਉੱਤੇ ਗੱਲਾਂ ਕਰਨ ਦੇ ਲਈ ਚਲੀ ਗਈ। ਇੰਨੀ ਦੇਰ ਵਿੱਚ ਮੈਂ ਚਾਰੋਂ ਤਰਫ ਹੋਟਲ ਨੂੰ ਨਜ਼ਰ ਦੌੜਾ ਕੇ ਦੇਖ ਰਿਹਾ ਸੀ। ਇਹ ਕਾਫੀ ਵੱਡਾ ਹੋਟਲ ਸੀ ਤੇ ਇੱਥੇ ਅਮੀਰ ਲੋਕ ਹੀ ਆਇਆ ਕਰਦੇ ਸੀ। ਮੈਂ ਤਾਂ ਕਦੇ ਇਸਦੇ ਕੋਲੋਂ ਤੋਂ ਵੀ ਹੋ ਕੇ ਨਹੀਂ ਗੁਜ਼ਰਿਆ ਸੀ, ਕਿਉਂਕਿ ਮੇਰੀ ਇੰਨੀ ਔਕਾਤ ਹੀ ਨਹੀਂ ਸੀ। ਥੋੜ੍ਹੀ ਦੇਰ ਦੇ ਬਾਅਦ ਉਹ ਔਰਤ ਮੇਰੇ ਕੋਲ ਦੁਬਾਰਾ ਤੋਂ ਆਪਣੀ ਚੇਅਰ ਉੱਤੇ ਆ ਕੇ ਬੈਠ ਗਈ। ਵੇਟਰ ਵੀ ਕੌਫੀ ਲੈ ਕੇ ਆ ਗਿਆ ਸੀ। ਉਸਨੇ ਮੈਨੂੰ ਕਿਹਾ, ਕੌਫੀ ਪੀਓ। ਕੌਫੀ ਪੀਂਦੇ ਪੀਂਦੇ ਗੱਲ ਕਰਦੇ ਹਾਂ। ਮੇਰੇ ਦਿਲ ਵਿੱਚ ਬਾਰ-ਬਾਰ ਇਹੀ ਖਿਆਲ ਜਾਗ ਰਿਹਾ ਸੀ ਕਿ ਨਾ ਜਾਣੇ ਇਹ ਔਰਤ ਮੇਰੇ ਨਾਲ ਕੀ ਗੱਲ ਕਰਨ ਵਾਲੀ ਹੈ। ਉਹ ਆਪਣੇ ਮੋਬਾਈਲ ਵਿੱਚ ਨਾ ਜਾਣੇ ਕੀ ਕਰ ਰਹੀ ਸੀ। ਮੈਂ ਉਸ ਨੂੰ ਦੇਖ ਕੇ ਘਬਰਾ ਗਿਆ ਸੀ ਕਿ ਕਿਤੇ ਇਹ ਮੈਨੂੰ ਕੋਈ ਐਸਾ ਵੈਸਾ ਕੰਮ ਕਰਨ ਨੂੰ ਤਾਂ ਨਹੀਂ ਕਹੇਗੀ ਜਿਸ ਨੂੰ ਮੈਂ ਨਹੀਂ ਕਰ ਸਕਾਂਗਾ। ਮੈਂ ਇੱਕ ਬਹੁਤ ਇਮਾਨਦਾਰ ਇਨਸਾਨ ਹਾਂ,
ਸਾਰੀ ਜ਼ਿੰਦਗੀ ਮੈਂ ਸਾਦਗੀ ਵਿੱਚ ਗੁਜ਼ਾਰ ਦਿੱਤੀ ਹੈ। ਮੈਂ ਕੋਈ ਗੈਰ ਕਾਨੂੰਨੀ ਕੰਮ ਕਰਕੇ ਫਸਣਾ ਨਹੀਂ ਚਾਹੁੰਦਾ ਸੀ। ਥੋੜ੍ਹੀ ਦੇਰ ਦੇ ਬਾਅਦ ਉਸਨੇ ਆਪਣਾ ਮੋਬਾਈਲ ਰੱਖ ਦਿੱਤਾ ਸੀ। ਮੇਰੀ ਤਾਂ ਕਾਫੀ ਖਤਮ ਹੋ ਚੁੱਕੀ ਸੀ। ਉਸਦੇ ਬਾਅਦ ਜੋ ਉਸਨੇ ਮੈਨੂੰ ਕੰਮ ਦੱਸਿਆ, ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ। ਉਹ ਕਹਿਣ ਲੱਗੀ, ਤੈਨੂੰ ਮੇਰੀ ਬੇਟੀ ਦੇ ਨਾਲ ਇੱਕ ਰਾਤ ਗੁਜ਼ਾਰਨੀ ਹੋਵੇਗੀ। ਮੇਰੀ ਬੇਟੀ ਮੁੰਡਿਆਂ ਵਿੱਚ ਬਹੁਤ ਇੰਟਰਸਟਡ ਹੈ। ਯਕੀਨ ਮੰਨੋ, ਉਹ ਤੇਰੇ ਵਰਗੇ ਨੌਜਵਾਨ ਮੁੰਡਿਆਂ ਦੇ ਲਈ ਤਾਂ ਪਾਗਲ ਹੋਈ ਫਿਰਦੀ ਹੈ। ਕੱਲ੍ਹ ਮੇਰੀ ਬੇਟੀ ਦਾ ਬਰਥਡੇ ਹੈ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਉਸ ਨੂੰ ਕੋਈ ਗਿਫਟ ਦੇਵਾਂ। ਮੈਂ ਤੇਰੇ ਵਰਗੇ ਨੌਜਵਾਨ ਤੇ ਸਮਾਰਟ ਮੁੰਡੇ ਨੂੰ ਉਸ ਨੂੰ ਗਿਫਟ ਕਰਨਾ ਚਾਹੁੰਦੀ ਹਾਂ। ਉਹ ਔਰਤ ਇੰਨੀਆਂ ਜ਼ਿਆਦਾ ਪਾਗਲਾਂ ਵਰਗੀਆਂ ਗੱਲਾਂ ਕਰ ਰਹੀ ਸੀ। ਮੈਂ ਉਸਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ। ਮੈਨੂੰ ਉਸ ਤੋਂ ਇਸ ਚੀਜ਼ ਦੀ ਉਮੀਦ ਨਹੀਂ ਸੀ। ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਔਰਤ ਭਲਾ ਇਸ ਤਰ੍ਹਾਂ ਦੀ ਲਿਮਟ ਕ੍ਰਾਸ ਕਰ ਦੇਣ ਵਾਲੀਆਂ ਗੱਲਾਂ ਵੀ ਕਰ ਸਕਦੀ ਹੈ। ਉਹ ਆਪਣੀ ਬੇਟੀ ਦੇ ਲਈ ਹੀ ਕਿਸੇ ਜਵਾਨ ਮੁੰਡੇ ਦਾ ਬੰਦੋਬਸਤ ਕਰ ਰਹੀ ਸੀ ਤਾਂ ਕਿ ਉਹ ਰਾਤ ਭਰ ਉਸਦੀ ਇੱਜ਼ਤ ਦੇ ਨਾਲ ਖੇਡ ਸਕੇ। ਸ਼ਰਮ ਦੇ ਮਾਰੇ ਮੈਂ ਆਪਣੇ ਕੰਨ ਬੰਦ ਕਰ ਲਏ ਸੀ। ਮੈਂ ਕਹਿਣ ਲੱਗਾ ਕਿ ਮਾਫ਼ ਕਰਨਾ ਮੈਡਮ, ਮੈਂ ਕੋਈ ਐਸਾ ਵੈਸਾ ਮੁੰਡਾ ਨਹੀਂ ਹਾਂ। ਭਲੇ ਹੀ ਮੈਂ ਬੇਰੁਜ਼ਗਾਰ ਹਾਂ, ਗਰੀਬ ਹਾਂ, ਪਰ ਮੈਂ ਕਦੇ ਵੀ ਅਜਿਹਾ ਘਿਨਾਉਣਾ ਕੰਮ ਕਰਨ ਦੇ ਲਈ ਤਿਆਰ ਨਹੀਂ ਹੋ ਸਕਦਾ। ਇੰਨੀ ਗੱਲ ਕਹਿ ਕੇ ਮੈਂ ਉੱਥੋਂ ਤੋਂ ਉੱਠ ਕੇ ਜਾਣ ਲੱਗਾ ਸੀ ਕਿ ਉਸਨੇ ਫਿਰ ਤੋਂ ਉਹੀ ਲਿਫਾਫਾ 5 ਲੱਖ ਵਾਲਾ ਮੇਰੇ ਸਾਹਮਣੇ ਰੱਖ ਦਿੱਤਾ। ਉਸਨੇ ਲਿਫਾਫੇ ਵਿੱਚੋਂ 5 ਲੱਖ ਕੱਢੇ ਤੇ ਉਹਨਾਂ ਪੈਸਿਆਂ ਨੂੰ ਉਹ ਮੈਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਦੀ ਇਸ ਹਰਕਤ ਨੇ ਤਾਂ ਮੈਨੂੰ ਮਜਬੂਰ ਕਰ ਦਿੱਤਾ ਸੀ। ਮੈਂ ਵੀ ਤਾਂ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਸੰਵਾਰਨਾ ਚਾਹੁੰਦਾ ਸੀ ਤੇ ਮੈਨੂੰ ਦੂਰ ਦੂਰ ਤੱਕ ਉਮੀਦ ਸੀ ਕਿ ਕਿਤੋਂ ਹੋਰ ਤੋਂ ਮੇਰੇ ਕੋਲੋਂ ਪੈਸਿਆਂ ਦਾ ਬੰਦੋਬਸਤ ਨਹੀਂ ਹੋ ਸਕਦਾ। ਇਹ ਮੇਰੇ ਕੋਲ ਇੱਕ ਗੋਲਡਨ ਚਾਂਸ ਸੀ। ਜਿਸ ਨੂੰ ਮੈਂ ਐਕਸੈਪਟ ਕਰ ਲੈਂਦਾ ਤਾਂ ਸ਼ਾਇਦ ਮੇਰੀ ਜ਼ਿੰਦਗੀ ਬਦਲ ਜਾਂਦੀ। ਮੈਂ ਉਸ ਔਰਤ ਨੂੰ ਦੇਖਿਆ ਜੋ ਪੈਸੇ ਹੱਥ ਵਿੱਚ ਹਿਲਾ ਹਿਲਾ ਕੇ ਮੈਨੂੰ ਆਪਣੀਆਂ ਅਦਾਵਾਂ ਦਿਖਾ ਰਹੀ ਸੀ। ਉਹ ਮੈਨੂੰ ਕਹਿਣ ਲੱਗੀ, ਸੋਚ ਲੈ, ਇਸ ਵਿੱਚ ਤੇਰਾ ਹੀ ਫਾਇਦਾ ਹੈ। ਇੱਕ ਰਾਤ ਦੀ ਤਾਂ ਗੱਲ ਹੈ ਤੇ ਸਿਰਫ ਇੱਕ ਰਾਤ ਵਿੱਚ ਹੀ ਤੇਰੀ ਤਕਦੀਰ ਬਦਲ ਸਕਦੀ ਹੈ। ਮੈਨੂੰ ਤਾਂ ਤੂੰ ਜ਼ਰੂਰਤਮੰਦ ਲੱਗਾ, ਇਸ ਲਈ ਮੈਂ ਸੋਚਿਆ ਕਿ ਮੈਂ ਤੇਰੀ ਮਦਦ ਕਰ ਦਿੰਦੀ ਹਾਂ। ਨਹੀਂ, ਮੇਰੀ ਬੇਟੀ ਨੂੰ ਮੁੰਡਿਆਂ ਦੀ ਕੋਈ ਕਮੀ ਨਹੀਂ ਹੈ। ਸਿਰਫ ਇੱਕ ਰਾਤ ਗੁਜ਼ਾਰਨ ਦੇ ਲਈ ਤੈਨੂੰ ਇੰਨੇ ਪੈਸੇ ਮਿਲ ਰਹੇ ਨੇ। ਫਿਰ ਇਸ ਵਿੱਚ ਪਰੇਸ਼ਾਨੀ ਵਾਲੀ ਕੀ ਗੱਲ ਹੈ? ਜਾਂ ਫਿਰ ਤੂੰ ਇਸ ਕਾਬਿਲ ਹੀ ਨਹੀਂ ਹੈ ਕਿ ਤੂੰ ਕਿਸੇ ਕੁੜੀ ਦੇ ਨਾਲ ਰਾਤ ਗੁਜ਼ਾਰ ਸਕੇ। ਇਹ ਗੱਲ ਕਹਿ ਕੇ ਉਹ ਖਾਮੋਸ਼ ਹੋ ਗਈ ਤੇ ਮੁਸਕਰਾਉਣ ਲੱਗੀ ਸੀ। ਜਦ ਕਿ ਮੈਂ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ ਸੀ। ਮੈਂ ਸੋਚ ਰਿਹਾ ਸੀ ਕਿ ਕੀ ਕਰਾਂ, ਕਿਸ ਔਰਤ ਦੀ ਗੱਲ ਮੰਨ ਲਵਾਂ ਜਾਂ ਫਿਰ ਇਸ ਔਰਤ ਨੂੰ ਇਨਕਾਰ ਕਰ ਦੇਵਾਂ ਤੇ ਘਰ ਚਲਾ ਜਾਵਾਂ। ਘਰ ਵਿੱਚ ਵੀ ਬਹੁਤ ਜ਼ਿਆਦਾ ਤੰਗੀ ਆਈ ਹੋਈ ਹੈ। ਮਾਂ ਵੀ ਬਿਮਾਰ ਹੈ। ਮੇਰੇ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਇੱਕ ਜਵਾਨ ਭੈਣ ਵੀ ਸੀ ਜਿਸਦਾ ਵਿਆਹ ਵੀ ਕਰਨਾ ਹੈ। ਮੇਰੇ ਇਲਾਵਾ ਮੇਰੀ ਭੈਣ ਤੇ ਮਾਂ ਦਾ ਸਹਾਰਾ ਕੋਈ ਵੀ ਨਹੀਂ ਸੀ। ਸਾਡਾ ਛੋਟਾ ਜਿਹਾ ਹੀ ਘਰ ਸੀ। ਮੇਰੇ ਪਿਤਾ ਵੀ ਕਾਫੀ ਸਾਲ ਪਹਿਲਾਂ ਮਰ ਚੁੱਕੇ ਸੀ। ਮੇਰੀ ਮਾਂ ਦੇ ਕੋਲ ਜੋੜਿਆ ਫੱਟਿਆ ਕੁਝ ਵੀ ਨਹੀਂ ਸੀ। ਮੇਰੀ ਮਾਂ ਨੇ ਮੈਨੂੰ ਜਿਵੇਂ ਤਿਵੇਂ ਪੜ੍ਹਾਇਆ ਲਿਖਾਇਆ ਸੀ, ਪਰ ਫਿਰ ਵੀ ਮੈਨੂੰ ਨੌਕਰੀ ਨਹੀਂ ਮਿਲ ਰਹੀ ਸੀ। ਮੈਂ ਸੀ ਤਾਂ ਬੇਰੁਜ਼ਗਾਰ ਹੀ। ਮੈਂ ਜਲਦਬਾਜ਼ੀ ਵਿੱਚ ਫੈਸਲਾ ਕਰ ਲਿਆ ਕਿ ਮੈਂ ਉਸ ਔਰਤ ਦੀ ਗੱਲ ਮੰਨਣ ਦੇ ਲਈ ਤਿਆਰ ਹਾਂ। ਉਹ ਮੁਸਕਰਾਉਣ ਲੱਗੀ ਸੀ ਤੇ ਕਹਿਣ ਲੱਗੀ ਸੀ, ਵੈਲ ਡਨ, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। ਇਸ ਵਿੱਚ ਤੇਰਾ ਹੀ ਫਾਇਦਾ ਹੈ। ਇਹ ਪੈਸੇ ਤੇਰੀ ਤਕਦੀਰ ਬਦਲ ਦੇਣਗੇ। ਉਸ ਦੇ ਬਾਅਦ ਉਸਨੇ ਉਹਨਾਂ 5 ਲੱਖ ਵਿੱਚੋਂ ਮੈਨੂੰ 50 ਲੱਖ ਐਡਵਾਂਸ ਦੇ ਦਿੱਤਾ ਸੀ। ਉਹ ਪੈਸੇ ਦੇ ਕੇ ਕਹਿਣ ਲੱਗੀ, ਇਹ ਲਓ ਤੇਰਾ ਐਡਵਾਂਸ, ਜਾਓ ਜਾ ਕੇ ਐਸ਼ ਕਰੋ। ਬਾਕੀ ਦੇ ਬਚੇ ਹੋਏ ਪੈਸੇ ਮੈਂ ਤੈਨੂੰ ਕੰਮ ਹੋਣ ਤੋਂ ਬਾਅਦ ਦੇਵਾਂਗੀ। ਮੈਂ ਵੀ ਉਹ 50,000 ਲੈ ਕੇ ਆਪਣੇ ਘਰ ਦੀ ਤਰਫ ਚੱਲ ਪਿਆ ਸੀ। ਉਸ ਔਰਤ ਨੇ ਮੈਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਘਰ ਦਾ ਐਡਰੈਸ ਵੀ ਦੇ ਦਿੱਤਾ ਸੀ ਤੇ ਇਹ ਵੀ ਦੱਸ ਦਿੱਤਾ ਸੀ ਕਿ ਮੈਨੂੰ ਕਿਸ ਟਾਈਮ ਉਸਦੇ ਘਰ ਉੱਤੇ ਜਾਣਾ ਹੈ। ਮੈਂ ਆਪਣੇ ਘਰ ਗਿਆ ਤਾਂ ਮੈਂ ਬਾਜ਼ਾਰ ਵਿੱਚੋਂ ਖਾਣਾ ਲੈਂਦਾ ਚਲਾ ਗਿਆ ਕਿਉਂਕਿ ਮੈਨੂੰ ਘਰ ਵਾਪਸ ਜਾਂਦੇ ਹੋਏ ਕਾਫੀ ਦੇਰ ਹੋ ਗਈ ਸੀ। ਇਸ ਲਈ ਮੈਂ ਹੋਟਲ ਤੋਂ ਹੀ ਖਾਣਾ ਲੈ ਕੇ ਚਲਾ ਗਿਆ ਸੀ। ਆਪਣੀ ਮਾਂ ਦੀਆਂ ਕੁਝ ਦਵਾਈਆਂ ਤੇ ਉਹਨਾਂ ਦੇ ਲਈ ਫਰੂਟ ਵੀ ਲੈਂਦਾ ਹੋਇਆ ਚਲਾ ਗਿਆ ਸੀ ਤੇ ਘਰ ਵਿੱਚ ਥੋੜ੍ਹਾ ਜਿਹਾ ਰਾਸ਼ਨ ਵੀ ਭਰਵਾ ਦਿੱਤਾ ਸੀ। ਮੇਰੀ ਮਾਂ ਨੇ ਮੇਰੇ ਹੱਥ ਵਿੱਚ ਇੰਨਾ ਸਾਰਾ ਸਮਾਨ ਦੇਖਿਆ ਤੇ ਦੇਖਿਆ ਕਿ ਮੈਂ ਅੱਜ ਪਕਾਉਣ ਦੇ ਲਈ ਕੋਈ ਸਬਜ਼ੀ ਨਹੀਂ ਲਿਆਇਆ ਹਾਂ, ਬਲਕਿ ਪੱਕਿਆ ਪਕਾਇਆ ਹੀ ਖਾਣਾ ਲੈ ਕੇ ਆਇਆ ਹਾਂ। ਇਹ ਦੇਖ ਕੇ ਮੇਰੀ ਮਾਂ ਹੈਰਾਨ ਰਹਿ ਗਈ ਸੀ ਕਿਉਂਕਿ ਅੱਜ ਤੋਂ ਪਹਿਲਾਂ ਮੈਂ ਇੰਨਾ ਜ਼ਿਆਦਾ ਸਮਾਨ ਲੈ ਕੇ ਕਦੇ ਘਰ ਨਹੀਂ ਆਇਆ ਸੀ। ਮੇਰੀ ਮਾਂ ਤੇ ਭੈਣ ਮੈਨੂੰ ਸਵਾਲ ਕਰਨ ਲੱਗੀਆਂ ਕਿ ਤੂੰ ਇਹ ਪੈਸੇ ਕਿੱਥੋਂ ਤੋਂ ਲੈ ਕੇ ਆਇਆ ਹੈ? ਇੰਨੇ ਪੈਸੇ ਤੇਰੇ ਕੋਲੋਂ ਕਿੱਥੋਂ ਆਏ ਨੇ? ਸਵੇਰੇ ਤਾਂ ਤੂੰ ਕਹਿ ਰਿਹਾ ਸੀ ਕਿ ਤੇਰੇ ਕੋਲ ਕੋਈ ਪੈਸਾ ਹੀ ਨਹੀਂ ਹੈ। ਆਪਣੀ ਮਾਂ ਦੀ ਗੱਲ ਸੁਣ ਕੇ ਮੈਂ ਥੋੜ੍ਹਾ ਜਿਹਾ ਘਬਰਾ ਗਿਆ ਸੀ। ਮਾਂ ਤਾਂ ਮਾਂ ਹੁੰਦੀ ਹੈ ਤੇ ਮਾਂ ਦੇ ਸਾਹਮਣੇ ਮੈਂ ਕੀ ਝੂਠ ਬੋਲ ਸਕਦਾ ਸੀ। ਮੈਂ ਹੱਥ ਮੂੰਹ ਧੋਂਦੇ ਹੋਏ ਮੈਂ ਮਾਂ ਨੂੰ ਕਿਹਾ, ਮਾਂ ਮੇਰੀ ਇੱਕ ਜਗ੍ਹਾ ਜੌਬ ਲੱਗ ਗਈ ਹੈ। ਉਹਨਾਂ ਨੇ ਮੈਨੂੰ ਐਡਵਾਂਸ ਦਿੱਤਾ ਹੈ।
ਬਸ ਉਹਨਾਂ ਪੈਸਿਆਂ ਵਿੱਚੋਂ ਮੈਂ ਤੁਹਾਡੇ ਲਈ ਇਹ ਸਮਾਨ ਲੈ ਕੇ ਆਇਆ ਹਾਂ। ਮੈਂ ਸੋਚਿਆ ਕਿ ਬਾਜ਼ਾਰ ਤੋਂ ਹੀ ਖਾਣਾ ਲੈ ਕੇ ਚੱਲਦਾ ਹਾਂ। ਭੈਣ ਨੂੰ ਪਰੇਸ਼ਾਨ ਨਹੀਂ ਹੋਣਾ ਪਵੇਗਾ। ਮੇਰੀ ਭੈਣ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ, ਕਿਉਂਕਿ ਉਹ ਵਿਚਾਰੀ ਹਮੇਸ਼ਾ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਸੀ। ਅੱਜ ਉਸਨੂੰ ਖਾਣਾ ਬਣਾਉਣ ਤੋਂ ਛੁੱਟੀ ਮਿਲ ਗਈ ਸੀ। ਮੇਰੀ ਮਾਂ ਮੇਰੀ ਨੌਕਰੀ ਦੇ ਬਾਰੇ ਵਿੱਚ ਸੁਣ ਕੇ ਬਹੁਤ ਖੁਸ਼ ਹੋ ਗਈ ਸੀ ਤੇ ਕਹਿਣ ਲੱਗੀ ਕਿ ਰੱਬ ਤੈਨੂੰ ਇਸੇ ਤਰ੍ਹਾਂ ਨਾਲ ਕਾਮਯਾਬ ਕਰੇ। ਦੇਖਣਾ, ਜੇ ਇਸੇ ਤਰ੍ਹਾਂ ਨਾਲ ਤੇਰੀ ਨੌਕਰੀ ਚੱਲਦੀ ਰਹੀ ਤਾਂ ਹੌਲੀ-ਹੌਲੀ ਸਾਡੇ ਘਰ ਦੇ ਹਾਲਾਤ ਕਾਫੀ ਬਿਹਤਰ ਹੋ ਜਾਣਗੇ। ਮੇਰੀ ਭੈਣ ਨੇ ਮੇਰੇ ਲਈ ਖਾਣਾ ਲਗਾਇਆ ਤੇ ਅਸੀਂ ਤਿੰਨਾਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਸੀ। ਪਰ ਮੇਰਾ ਧਿਆਨ ਹਜੇ ਵੀ ਉਸ ਔਰਤ ਦੀ ਤਰਫ ਹੀ ਲੱਗਿਆ ਹੋਇਆ ਸੀ, ਉਸ ਕੁੜੀ ਦੇ ਨਾਲ ਇੱਕ ਰਾਤ ਗੁਜ਼ਾਰਨ ਦੇ। ਉਹ ਮੈਨੂੰ 50 ਲੱਖ ਦੇ ਰਹੀ ਸੀ। ਕੀ ਇਹ ਗੱਲ ਸੱਚ ਸੀ ਜਾਂ ਫਿਰ ਉਹ ਮੈਨੂੰ ਬੇਵਕੂਫ ਬਣਾ ਰਹੀ ਸੀ? ਹੁਣ ਜੋ ਵੀ ਸੀ, ਇਹ ਸੱਚ ਤਾਂ ਕੱਲ੍ਹ ਹੀ ਖੁੱਲ੍ਹਣ ਵਾਲਾ ਸੀ। ਮੈਂ ਅਗਲੇ ਦਿਨ ਫਿਕਸ ਟਾਈਮ ਉੱਤੇ ਤਿਆਰ ਹੋ ਕੇ ਘਰ ਤੋਂ ਨਿਕਲਣ ਲੱਗਾ ਤਾਂ ਮੇਰੀ ਮਾਂ ਨੇ ਮੈਨੂੰ ਸਵਾਲ ਕੀਤਾ ਕਿ ਬੇਟਾ ਤੂੰ ਕਿੱਥੇ ਜਾ ਰਿਹਾ ਹੈ? ਇੰਨਾ ਤਿਆਰ ਹੋ ਕੇ ਮੈਂ ਮਾਂ ਨੂੰ ਕਿਹਾ ਕਿ ਮੈਂ ਕੱਲ੍ਹ ਤੁਹਾਨੂੰ ਦੱਸਿਆ ਸੀ ਨਾ ਕਿ ਮੇਰੀ ਨੌਕਰੀ ਲੱਗ ਗਈ ਹੈ, ਬਸ ਉੱਥੇ ਜਾ ਰਿਹਾ ਹਾਂ। ਤੁਸੀਂ ਰੱਬ ਨੂੰ ਪ੍ਰਾਰਥਨਾ ਕਰਨਾ ਕਿ ਤੁਹਾਡਾ ਬੇਟਾ ਕਾਮਯਾਬ ਹੋ ਜਾਵੇ। ਜੇ ਤੁਹਾਡਾ ਬੇਟਾ ਕਾਮਯਾਬ ਹੋ ਜਾਵੇਗਾ ਤਾਂ ਸਾਡਾ ਪੂਰਾ ਭਾਗ ਬਦਲ ਜਾਵੇਗਾ। ਮੇਰੀ ਮਾਂ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਣ ਲੱਗੀ ਤੇ ਮੈਂ ਘਰ ਵਿੱਚੋਂ ਨਿਕਲ ਆਇਆ ਸੀ। ਰਿਕਸ਼ਾ ਫੜ ਕੇ ਮੈਂ ਉਸ ਔਰਤ ਦੇ ਦੱਸੇ ਹੋਏ ਐਡਰੈਸ ਉੱਤੇ ਚਲਾ ਗਿਆ ਸੀ। ਮੈਂ ਉਸ ਔਰਤ ਦੇ ਘਰ ਪਹੁੰਚ ਚੁੱਕਾ ਸੀ। ਉਸ ਔਰਤ ਦਾ ਘਰ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਸੀ। ਮੈਂ ਦੁਬਾਰਾ ਤੋਂ ਆਪਣੇ ਕੋਲ ਮੌਜੂਦ ਐਡਰੈਸ ਨੂੰ ਦੇਖਿਆ ਤੇ ਫਿਰ ਉਸ ਘਰ ਨੂੰ ਦੇਖਿਆ। ਇਹ ਕੋਈ ਘਰ ਨਹੀਂ ਸੀ ਬਲਕਿ ਇੱਕ ਮਹਿਲ ਸੀ। ਇਹ ਇੰਨਾ ਜ਼ਿਆਦਾ ਖੂਬਸੂਰਤ ਘਰ ਸੀ, ਸ਼ਾਇਦ ਮੈਂ ਇੰਨਾ ਵੱਡਾ ਤੇ ਖੂਬਸੂਰਤ ਘਰ ਪਹਿਲੀ ਵਾਰ ਦੇਖਿਆ ਸੀ। ਪਰ ਮੈਂ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ ਕਿ ਇਹ ਇੰਨੀ ਅਮੀਰ ਔਰਤ ਇੰਨਾ ਗਲਤ ਕੰਮ ਕਿਵੇਂ ਕਰ ਸਕਦੀ ਹੈ। ਮੈਂ ਉਸ ਔਰਤ ਦੇ ਘਰ ਦੇ ਬਾਹਰ ਖੜਾ ਹੋ ਕੇ ਉਸਦੇ ਦਿੱਤੇ ਹੋਏ ਨੰਬਰ ਉੱਤੇ ਕਾਲ ਲਗਾਉਣ ਲੱਗਾ। ਉਸਨੇ ਮੇਰੀ ਕਾਲ ਰਿਸੀਵ ਕੀਤੀ ਤੇ ਕਿਹਾ ਕਿ ਤੂੰ ਕਿੱਥੇ ਹੈ? ਮੈਂ ਉਸਨੂੰ ਦੱਸਿਆ ਕਿ ਮੈਂ ਤੁਹਾਡੇ ਘਰ ਦੇ ਬਾਹਰ ਹੀ ਖੜਾ ਹਾਂ। ਤਾਂ ਉਸਨੇ ਸ਼ੌਕਡ ਹੋ ਕੇ ਕਿਹਾ, ਤੂੰ ਬਾਹਰ ਕਿਉਂ ਖੜਾ ਹੈ? ਜਲਦੀ ਨਾਲ ਅੰਦਰ ਆ ਜਾਓ, ਮੈਂ ਤੇਰਾ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੀ ਹਾਂ। ਮੈਂ ਡਰਦੇ ਉਸ ਘਰ ਦੇ ਅੰਦਰ ਚਲਾ ਗਿਆ ਸੀ। ਅਜਿਹਾ ਘਰ ਤਾਂ ਮੈਂ ਅੱਜ ਤੋਂ ਪਹਿਲਾਂ ਸਿਰਫ ਮੂਵੀਆਂ ਵਿੱਚ ਹੀ ਦੇਖਿਆ ਸੀ। ਅੱਜ ਮੈਂ ਪਹਿਲੀ ਵਾਰ ਇੰਨੇ ਵੱਡੇ ਘਰ ਦੇ ਅੰਦਰ ਮੌਜੂਦ ਸੀ। ਘਰ ਦੇ ਅੰਦਰ ਗਿਆ ਤਾਂ ਉਹ ਔਰਤ ਮੇਰੇ ਸਾਹਮਣੇ ਤਿਆਰ ਹੋ ਕੇ ਖੜੀ ਹੋਈ ਸੀ। ਅੱਜ ਤਾਂ ਉਸਨੇ ਬਹੁਤ ਹੀ ਛੋਟਾ ਬਲਾਊਜ਼ ਪਹਿਨਿਆ ਹੋਇਆ ਸੀ ਤੇ ਉਸਦੀ ਸਾੜੀ ਦਾ ਪੱਲੂ ਵੀ ਉਸਦੇ ਮੋਢੇ ਉੱਤੇ ਨਹੀਂ ਸੀ। ਪਤਾ ਨਹੀਂ ਉਹ ਮੈਨੂੰ ਕੀ ਸਮਝਾ ਰਹੀ ਸੀ। ਮੈਂ ਉਸਨੂੰ ਕਿਹਾ, ਮੈਡਮ ਤੁਹਾਨੂੰ ਮੇਰੇ ਸਾਹਮਣੇ ਅਜਿਹੀਆਂ ਹਰਕਤਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਦੇਖੋ, ਮੈਂ ਐਸਾ ਵੈਸਾ ਮੁੰਡਾ ਨਹੀਂ ਹਾਂ। ਮੈਂ ਬਹੁਤ ਜ਼ਿਆਦਾ ਮਜਬੂਰ ਹਾਂ, ਇਸ ਲਈ ਮੈਂ ਇਹ ਕੰਮ ਕਰਨ ਦੇ ਲਈ ਤਿਆਰ ਹੋਇਆ ਹਾਂ। ਉਹ ਮੈਨੂੰ ਦੇਖ ਕੇ ਹੱਸਣ ਲੱਗੀ, ਕਹਿਣ ਲੱਗੀ, ਮੈਂ ਤੇਰੀ ਨੀਅਤ ਦੇਖਣਾ ਚਾਹੁੰਦੀ ਸੀ। ਮੈਨੂੰ ਲੱਗਦਾ ਹੈ ਕਿ ਤੂੰ ਮੇਰਾ ਕੰਮ ਢੰਗ ਨਾਲ ਨਹੀਂ ਕਰੇਗਾ, ਪਰ ਜੇ ਤੂੰ ਮੇਰਾ ਇਹ ਕੰਮ ਠੀਕ ਤਰੀਕੇ ਨਾਲ ਨਹੀਂ ਕੀਤਾ ਤਾਂ ਮੈਂ ਤੈਨੂੰ ਇਹ ਪੈਸੇ ਨਹੀਂ ਦੇਵਾਂਗੀ। ਜੇ ਤੂੰ ਇਹ ਪੈਸੇ ਲੈਣੇ ਨੇ ਤਾਂ ਮੇਰੇ ਕਹਿਣ ਦੇ ਮੁਤਾਬਿਕ ਹੀ ਕੰਮ ਕਰਨਾ ਹੋਵੇਗਾ। ਉਸਨੇ ਮੈਨੂੰ ਕਿਹਾ, ਚੰਗਾ ਚਲੋ ਠੀਕ ਹੈ, ਤੂੰ ਬੈਠ ਜਾ। ਉਸਨੇ ਨੌਕਰਾਨੀ ਨੂੰ ਆਵਾਜ਼ ਲਗਾਈ ਤੇ ਉਸਨੂੰ ਕਿਹਾ ਕਿ ਮਹਿਮਾਨ ਆਏ ਨੇ, ਇਹਨਾਂ ਦੇ ਲਈ ਚਾਹ ਬਣਾਓ। ਮੈਂ ਤਾਂ ਜਿੰਨਾ ਹੈਰਾਨ ਹੁੰਦਾ ਮੇਰੇ ਲਈ ਉਨਾ ਹੀ ਘੱਟ ਸੀ। ਮੈਂ ਬਹੁਤ ਜ਼ਿਆਦਾ ਨਰਵਸ ਸੀ। ਪਰ ਉਹ ਔਰਤ ਕਹਿਣ ਲੱਗੀ, ਤੈਨੂੰ ਇੱਥੇ ਜਿਸ ਕੰਮ ਦੇ ਲਈ ਬੁਲਾਇਆ ਗਿਆ ਹੈ ਉਹ ਕੰਮ ਤੈਨੂੰ ਰਾਤ ਨੂੰ ਸ਼ੁਰੂ ਕਰਨਾ ਹੈ। ਉਦੋਂ ਤੱਕ ਤੈਨੂੰ ਇੱਥੇ ਹੀ ਰਹਿ ਕੇ ਟਾਈਮ ਕੱਟਣਾ ਪਵੇਗਾ। ਮੈਂ ਘਰ ਵਿੱਚ ਬੈਠ ਕੇ ਸਾਰਾ ਦਿਨ ਗੁਜ਼ਾਰ ਦਿੱਤਾ ਸੀ ਤੇ ਮੈਨੂੰ ਵਾਰ-ਵਾਰ ਇੱਥੇ ਕੁਝ ਨਾ ਕੁਝ ਖਾਣ ਪੀਣ ਦਾ ਸਮਾਨ ਦਿੱਤਾ ਜਾ ਰਿਹਾ ਸੀ। ਜਦੋਂ ਰਾਤ ਹੋ ਗਈ ਤਾਂ ਉਹ ਔਰਤ ਮੇਰੇ ਕੋਲ ਆਈ ਤੇ ਕਹਿਣ ਲੱਗੀ, ਤੇਰਾ ਇੰਤਜ਼ਾਰ ਖਤਮ ਹੋਇਆ, ਹੁਣ ਤੈਨੂੰ ਮੇਰੀ ਬੇਟੀ ਦੇ ਕਮਰੇ ਵਿੱਚ ਜਾਣਾ ਹੋਵੇਗਾ। ਮੇਰੀ ਬੇਟੀ ਤੇਰਾ ਇੰਤਜ਼ਾਰ ਕਰ ਰਹੀ ਹੈ। ਮੇਰੇ ਦਿਲ ਦੀ ਧੜਕਣ ਤੇਜ਼ ਹੋ ਚੁੱਕੀ ਸੀ। ਆਖਿਰਕਾਰ ਮੈਂ ਵੀ ਮੁੰਡਾ ਸੀ, ਫੀਲਿੰਗ ਉੱਤੇ ਕੰਟਰੋਲ ਕਦੋਂ ਤੱਕ ਰੱਖ ਸਕਦਾ ਸੀ। ਮੈਂ ਸੋਚਿਆ, ਜਿੰਨੀ ਖੂਬਸੂਰਤ ਇਹ ਔਰਤ ਹੈ ਉਸਦੀ ਬੇਟੀ ਵੀ ਓਨੀ ਹੀ ਖੂਬਸੂਰਤ ਹੋਵੇਗੀ ਤੇ ਇਸਦੀ ਮਾਂ ਮੈਨੂੰ ਖੁਦ ਆਪਣੀ ਬੇਟੀ ਦੇ ਕਮਰੇ ਵਿੱਚ ਭੇਜ ਰਹੀ ਹੈ ਤਾਂ ਫਿਰ ਮੈਂ ਇਸ ਕੰਮ ਦੇ ਲਈ ਕਿਉਂ ਮਨਾ ਕਰਾਂ। ਮੈਂ ਉੱਤੋਂ ਤੋਂ ਪੌੜੀਆਂ ਚੜ੍ਹਦੇ ਹੋਏ ਉਸ ਔਰਤ ਦੀ ਬੇਟੀ ਦੇ ਕਮਰੇ ਦੇ ਬਾਹਰ ਆ ਗਿਆ ਸੀ। ਉਸਦੀ ਮਾਂ ਨੇ ਖੁਦ ਹੀ ਕਮਰਾ ਖੋਲ੍ਹਿਆ ਸੀ। ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਤੇ ਮੈਂ ਕਮਰੇ ਦੇ ਅੰਦਰ ਕਦਮ ਰੱਖਿਆ ਤਾਂ ਸਾਹਮਣੇ ਦਾ ਨਜ਼ਾਰਾ ਮੇਰੇ ਹੋਸ਼ ਉਡਾ ਰਿਹਾ ਸੀ। ਕਮਰੇ ਨੂੰ ਇਸ ਤਰ੍ਹਾਂ ਸਜਾਇਆ ਗਿਆ ਸੀ ਜਿਵੇਂ ਇੱਥੇ ਮੇਰੀ ਅੱਜ ਸੁਹਾਗ ਰਾਤ ਹੋਵੇ। ਇੱਕ ਕੁੜੀ ਬੈੱਡ ਉੱਤੇ ਲੇਟੀ ਹੋਈ ਸੀ। ਉਹ ਕੁੜੀ ਬਹੁਤ ਜ਼ਿਆਦਾ ਖੂਬਸੂਰਤ ਸੀ। ਇੰਨੀ ਜ਼ਿਆਦਾ ਖੂਬਸੂਰਤ ਕੁੜੀ ਤਾਂ ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖੀ ਸੀ। ਪਰ ਇੱਕ ਗੱਲ ਅਜੀਬ ਸੀ ਕਿ ਜੋ ਕੁੜੀ ਸੀ ਇਹ ਸੌਂ ਕਿਉਂ ਰਹੀ ਸੀ, ਜਾਂ ਫਿਰ ਇਹ ਜ਼ਰੂਰ ਬੇਹੋਸ਼ ਸੀ।
ਮੈਂ ਉਸ ਨੂੰ ਲੇਟਿਆ ਹੋਇਆ ਦੇਖ ਕੇ ਉਸਦੀ ਮਾਂ ਨੂੰ ਸਵਾਲ ਕੀਤਾ ਕਿ ਇਹ ਕੁੜੀ ਕਿਉਂ ਸੌ ਰਹੀ ਹੈ। ਉਹ ਔਰਤ ਹੌਲੀ ਨਾਲ ਕਹਿਣ ਲੱਗੀ ਕਿ ਇਹ ਬੇਹੋਸ਼ ਹੈ ਤੇ ਮੈਂ ਖੁਦ ਹੀ ਇਸ ਨੂੰ ਬੇਹੋਸ਼ ਕੀਤਾ ਹੈ। ਤੈਨੂੰ ਜੋ ਕਿਹਾ ਗਿਆ ਹੈ ਤੂੰ ਸਿਰਫ ਉਹੀ ਕਰ ਤੇ ਫਿਰ ਜਦੋਂ ਕੰਮ ਪੂਰਾ ਹੋ ਜਾਵੇ ਤਾਂ ਤੂੰ ਮੇਰੇ ਤੋਂ ਆ ਕੇ ਪੈਸੇ ਲੈ ਲੈਣਾ। ਉਹ ਔਰਤ ਮੇਰੇ ਮੋਢੇ ਉੱਤੇ ਹੱਥ ਮਾਰ ਕੇ ਉੱਥੋਂ ਤੋਂ ਚਲੀ ਗਈ ਸੀ ਤੇ ਬਾਹਰ ਤੋਂ ਕਮਰਾ ਲੌਕ ਕਰ ਗਈ ਸੀ। ਮੈਂ ਚੱਲਦਾ ਹੋਇਆ ਉਸ ਕੁੜੀ ਦੇ ਕਰੀਬ ਜਾ ਕੇ ਖੜਾ ਹੋ ਗਿਆ ਸੀ। ਉਹ ਇੰਨੀ ਜ਼ਿਆਦਾ ਖੂਬਸੂਰਤ ਸੀ ਕਿ ਉਸਦੇ ਚਿਹਰੇ ਤੋਂ ਮੇਰੀ ਨਜ਼ਰ ਹਟ ਹੀ ਨਹੀਂ ਰਹੀ ਸੀ। ਹੌਲੀ ਹੌਲੀ ਮੈਂ ਵੀ ਦੇਖਣ ਲੱਗਾ ਸੀ। ਮੈਂ ਖੁਦ ਉੱਤੇ ਕੰਟਰੋਲ ਕਰਨਾ ਚਾਹ ਰਿਹਾ ਸੀ। ਫਿਰ ਜਿਸ ਕੰਮ ਦੇ ਲਈ ਮੈਨੂੰ ਪੈਸੇ ਦਿੱਤੇ ਗਏ ਸੀ ਮੈਂ ਉਸ ਕੰਮ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ ਕਮਰੇ ਵਿੱਚ ਮੈਨੂੰ ਲਗਭਗ 2 ਘੰਟੇ ਬੀਤ ਚੁੱਕੇ ਸੀ ਤੇ ਉਹ ਕੁੜੀ ਮੇਰਾ ਚੈਨ ਚੁਰਾ ਚੁੱਕੀ ਸੀ। ਮੈਂ ਕਮਰੇ ਦੀ ਖਿੜਕੀ ਤੋਂ ਬਾਹਰ ਦੀ ਤਰਫ ਦੇਖਿਆ ਤਾਂ ਉਸ ਕੁੜੀ ਦੀ ਮਾਂ ਨਾ ਜਾਣੇ ਕਿਸ ਸੋਚ ਵਿਚਾਰ ਵਿੱਚ ਟਹਿਲ ਰਹੀ ਸੀ। ਸ਼ਾਇਦ ਉਹ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ। ਮੈਂ ਆਪਣੀ ਸ਼ਰਟ ਦੇ ਬਟਨ ਲਗਾਏ ਤੇ ਪੌੜੀਆਂ ਉਤਰਦਾ ਹੋਇਆ ਨੀਚੇ ਆ ਗਿਆ ਸੀ ਤੇ ਉਸ ਔਰਤ ਦੇ ਕੋਲ ਜਾ ਕੇ ਖੜਾ ਹੋ ਗਿਆ। ਉਹ ਘੂਰਦੀਆਂ ਹੋਈਆਂ ਨਜ਼ਰਾਂ ਨਾਲ ਮੇਰਾ ਚਿਹਰਾ ਦੇਖਣ ਲੱਗੀ। ਮੈਂ ਚਿਹਰੇ ਉੱਤੇ ਮੁਸਕਰਾਹਟ ਸਜਾ ਕੇ ਉਸਨੂੰ ਕਿਹਾ ਕਿ ਮੈਡਮ ਤੁਹਾਡਾ ਕੰਮ ਹੋ ਚੁੱਕਾ ਹੈ। ਇਹ ਸੁਣ ਕੇ ਉਸਦੇ ਚਿਹਰੇ ਉੱਤੇ ਮੁਸਕਰਾਹਟ ਆ ਗਈ ਸੀ। ਉਹ ਕਹਿਣ ਲੱਗੀ ਮੇਰੀ ਬੇਟੀ ਜਾਗੀ ਤਾਂ ਨਹੀਂ ਹੈ ਨਾ? ਉਸਨੇ ਕੋਈ ਰਿਐਕਟ ਤਾਂ ਨਹੀਂ ਕੀਤਾ? ਤੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ? ਮੈਂ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਨਹੀਂ, ਉਹ ਵਿਚਾਰੀ ਤਾਂ ਬੇਹੋਸ਼ ਹੀ ਹੈ ਤੇ ਮੈਂ ਆਪਣਾ ਕੰਮ ਪੂਰਾ ਕਰ ਚੁੱਕਾ ਹਾਂ। ਇਹ ਸੁਣ ਕੇ ਉਸਨੇ ਖੁਸ਼ੀ ਨਾਲ ਆਪਣੇ ਕੋਲ ਮੌਜੂਦ 5 ਲੱਖ ਰੁਪਏ ਕੱਢੇ ਤੇ ਮੇਰੇ ਹੱਥ ਉੱਤੇ ਰੱਖ ਦਿੱਤੇ ਸੀ। ਉਹ ਕਹਿਣ ਲੱਗੀ ਕਿ ਜਾਓ ਹੁਣ ਦੁਬਾਰਾ ਮੈਨੂੰ ਕਿਤੇ ਨਜ਼ਰ ਨਾ ਆਉਣਾ ਤੇ ਤੇਰਾ ਕੰਮ ਪੂਰਾ ਹੋ ਚੁੱਕਾ ਹੈ। ਇਹ ਵੀ ਧਿਆਨ ਰੱਖਣਾ ਕਿ ਇਸ ਬਾਰੇ ਵਿੱਚ ਕਿਸੇ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ, ਨਹੀਂ ਤੂੰ ਜਾਣਦਾ ਹੈ ਮੈਂ ਤੇਰਾ ਕੀ ਹਾਲ ਕਰਾਂਗੀ। ਹੋਰ ਤਾਂ ਹੋਰ ਇਸ ਕੰਮ ਵਿੱਚ ਤੇਰੇ ਉੱਤੇ ਹੀ ਇਲਜ਼ਾਮ ਆਵੇਗਾ। ਮੈਂ ਉਸ ਔਰਤ ਦੀ ਹਰ ਗੱਲ ਨੂੰ ਸੁਣ ਕੇ ਉੱਥੋਂ ਤੋਂ ਨਿਕਲ ਆਇਆ ਸੀ। ਬੈਠੇ ਬਿਠਾਏ ਮੈਨੂੰ 50 ਲੱਖ ਮਿਲ ਗਏ ਸੀ। ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਸੀ। ਮਾਂ ਨੂੰ ਬਹਾਨਾ ਲਗਾ ਕੇ ਦੱਸ ਦਿੱਤਾ ਕਿ ਆਫਿਸ ਦੇ ਪਹਿਲੇ ਦਿਨ ਹੀ ਬੌਸ ਨੇ ਮੇਰੇ ਕੰਮ ਤੋਂ ਖੁਸ਼ ਹੋ ਕੇ ਮੈਨੂੰ ਇੰਨੇ ਪੈਸੇ ਦੇ ਦਿੱਤੇ ਨੇ। ਹੁਣ ਤਾਂ ਮੇਰਾ ਕੰਮ ਦਿਨੋਂ ਦਿਨ ਵੱਧਦਾ ਚਲਾ ਜਾਵੇਗਾ ਤੇ ਸਾਡੀ ਜ਼ਿੰਦਗੀ ਵਿੱਚੋਂ ਗਰੀਬੀ ਦੂਰ ਚਲੀ ਜਾਵੇਗੀ। ਮੇਰੀ ਮਾਂ ਤਾਂ ਮੇਰੀ ਖੁਸ਼ੀ ਨੂੰ ਦੇਖ ਕੇ ਅਚਾਨਕ ਸੋਚ ਵਿੱਚ ਪੈ ਗਈ ਸੀ। ਹਜੇ ਰਾਤ ਹੀ ਹੋਈ ਸੀ ਜਦੋਂ ਮੈਨੂੰ ਔਰਤ ਦੀ ਦੁਬਾਰਾ ਤੋਂ ਕਾਲ ਆਈ। ਉਹ ਕਾਲ ਕਰਦੇ ਹੀ ਕਹਿਣ ਲੱਗੀ ਮੈਂ ਤੇਰੀ ਤਰਫ ਤੋਂ ਬਹੁਤ ਖੁਸ਼ ਹਾਂ, ਤੂੰ ਮੇਰੇ ਦਿਲ ਦੀ ਤਮੰਨਾ ਅੱਜ ਪੂਰੀ ਕਰ ਦਿੱਤੀ ਹੈ। ਮੈਨੂੰ ਨਹੀਂ ਪਤਾ ਸੀ ਕਿ ਤੂੰ ਮੇਰਾ ਕੰਮ ਇਸ ਤਰ੍ਹਾਂ ਨਾਲ ਵੀ ਪੂਰਾ ਕਰ ਸਕਦਾ ਹੈ। ਮੈਨੂੰ ਤੇਰਾ ਕੰਮ ਬਹੁਤ ਪਸੰਦ ਆਇਆ ਹੈ। ਜੇ ਤੈਨੂੰ ਹੋਰ ਪੈਸਿਆਂ ਦੀ ਜ਼ਰੂਰਤ ਹੈ ਤਾਂ ਮੈਨੂੰ ਦੱਸ ਦੇਣਾ, ਮੈਂ ਤੈਨੂੰ ਪੈਸੇ ਭਿਜਵਾ ਦੇਵਾਂਗੀ। ਮੈਂ ਤਾਂ ਸਮਝ ਰਹੀ ਸੀ ਕਿ ਤੂੰ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰੇਗਾ, ਪਰ ਜਿਸ ਤਰ੍ਹਾਂ ਦੀ ਮੇਰੀ ਬੇਟੀ ਦੀ ਹਾਲਤ ਹੋ ਰਹੀ ਹੈ ਤੂੰ ਨਹੀਂ ਜਾਣਦਾ ਕਿ ਤੂੰ ਮੇਰਾ ਕੰਮ ਕਿੰਨਾ ਆਸਾਨ ਕਰ ਦਿੱਤਾ ਹੈ। ਉਸ ਔਰਤ ਦੀ ਇਹ ਗੱਲ ਸੁਣ ਕੇ ਮੈਂ ਫ਼ੋਨ ਬੰਦ ਕਰ ਚੁੱਕਾ ਸੀ। ਮੈਂ ਆਪਣਾ ਮੋਬਾਈਲ ਕੱਢਿਆ ਤੇ ਉਸ ਉੱਤੇ ਇੱਕ ਵੀਡੀਓ ਦੇਖਣ ਲੱਗਾ। ਕੀ ਕਮਾਲ ਦੀ ਵੀਡੀਓ ਸੀ ਜੋ ਮੈਂ ਉਸ ਔਰਤ ਦੇ ਘਰ ਵਿੱਚ ਰਿਕਾਰਡ ਕੀਤੀ ਸੀ। ਸਹੀ ਟਾਈਮ ਆਉਣ ਉੱਤੇ ਇਹ ਵੀਡੀਓ ਵੀ ਉਸ ਔਰਤ ਦੀ ਜੇਬ ਵਿੱਚੋਂ ਪੈਸੇ ਕੱਢਣ ਦੇ ਲਈ ਮੇਰੇ ਕੰਮ ਆਉਣ ਵਾਲੀ ਸੀ। ਮੇਰੇ ਦਿਲ ਵਿੱਚ ਤਾਂ ਲਾਲਚ ਜਾਗ ਉੱਠਿਆ ਸੀ ਜੋ ਹੁਣ ਇੰਨੀ ਆਸਾਨੀ ਨਾਲ ਖਤਮ ਨਹੀਂ ਹੋਣ ਵਾਲਾ ਸੀ। ਮੈਂ ਜਦੋਂ ਟਾਈਮ ਦੇਖਿਆ ਤਾਂ ਰਾਤ ਦੇ 12 ਵੱਜ ਰਹੇ ਸੀ। ਹੁਣ ਮੈਂ ਸੌਣਾ ਚਾਹੁੰਦਾ ਸੀ ਕਿਉਂਕਿ ਸਵੇਰੇ ਮੈਂ ਇੱਕ ਬਹੁਤ ਵੱਡੇ ਕੰਮ ਨੂੰ ਅੰਜਾਮ ਦੇਣ ਵਾਲਾ ਸੀ। ਅਗਲੀ ਸਵੇਰ ਮੈਂ ਉੱਠਿਆ ਤੇ ਦੁਬਾਰਾ ਉੱਥੇ ਚਲਾ ਗਿਆ ਜਿੱਥੇ ਉਸ ਔਰਤ ਦਾ ਆਲੀਸ਼ਾਨ ਬੰਗਲਾ ਬਣਿਆ ਹੋਇਆ ਸੀ। ਇਹ ਸਵੇਰ ਦਾ ਟਾਈਮ ਸੀ, ਲਗਭਗ 7 ਵੱਜ ਰਹੇ ਸੀ। ਉਸ ਟਾਈਮ ਤਾਂ ਅਮੀਰ ਲੋਕ ਘੋੜੇ ਵੇਚ ਕੇ ਸੌ ਰਹੇ ਹੁੰਦੇ ਸੀ। ਮੈਂ ਬਾਹਰ ਆ ਕੇ ਇੱਕ ਨੰਬਰ ਉੱਤੇ ਕਾਲ ਕੀਤੀ ਤਾਂ ਥੋੜ੍ਹੀ ਦੇਰ ਦੇ ਬਾਅਦ ਉਸ ਘਰ ਦਾ ਦਰਵਾਜ਼ਾ ਖੁੱਲ੍ਹਿਆ। ਦਰਵਾਜ਼ਾ ਖੁੱਲ੍ਹਦੇ ਹੀ ਉਹ ਘਰ ਤੋਂ ਬਾਹਰ ਨਿਕਲ ਗਈ ਸੀ ਤੇ ਉਹ ਮੇਰੇ ਨਾਲ ਮੇਰੀ ਬਾਈਕ ਉੱਤੇ ਬੈਠ ਗਈ। ਇਹ ਬਾਈਕ ਵੀ ਮੇਰੀ ਨਹੀਂ ਸੀ, ਮੈਂ ਕਿਸੇ ਆਪਣੇ ਫਰੈਂਡ ਤੋਂ ਥੋੜ੍ਹੀ ਦੇਰ ਦੇ ਲਈ ਉਧਾਰ ਮੰਗੀ ਸੀ। ਹੁਣ ਮੈਂ ਸਿੱਧਾ ਕੋਰਟ ਜਾਣਾ ਸੀ ਜਿੱਥੇ ਮੈਂ ਇਸ ਕੁੜੀ ਦੇ ਨਾਲ ਕੋਰਟ ਮੈਰਿਜ ਕਰਵਾਉਣ ਵਾਲਾ ਸੀ। ਜਿਵੇਂ ਹੀ ਕੋਰਟ ਦੇ ਬਾਹਰ ਖੜੇ ਹੋ ਕੇ ਮੈਂ ਉਸ ਕੁੜੀ ਨੂੰ ਦੇਖਿਆ ਤਾਂ ਉਹ ਆਪਣੇ ਚਿਹਰੇ ਨੂੰ ਝੁਕਾ ਕੇ ਖੜੀ ਹੋਈ ਸੀ। ਉਸ ਕੁੜੀ ਦੀ ਉਮਰ ਲਗਭਗ 20 ਸਾਲ ਸੀ ਤੇ ਉਸਦਾ ਨਾਮ ਅੰਜਲੀ ਸੀ। ਉਹ ਬਹੁਤ ਜ਼ਿਆਦਾ ਖੂਬਸੂਰਤ ਸੀ। ਉਸਦੀਆਂ ਵੱਡੀਆਂ-ਵੱਡੀਆਂ ਅੱਖਾਂ ਵਿੱਚ ਹੰਝੂ ਵੀ ਸੀ। ਜੋ ਕਦਮ ਉਹ ਮੇਰੇ ਨਾਲ ਉਠਾਉਣ ਜਾ ਰਹੀ ਸੀ ਉਹ ਉਸਦੀ ਹੀ ਭਲਾਈ ਦੇ ਲਈ ਸੀ। ਪਰ ਅਫਸੋਸ ਕੱਲ੍ਹ ਦੇ ਗੁਜ਼ਾਰੇ ਹੋਏ ਹਾਲਾਤ ਸਾਨੂੰ ਯਾਦ ਆਉਣ ਲੱਗੇ। ਉਸਦੇ ਬਾਅਦ ਹੀ ਮੈਂ ਇਹ ਫੈਸਲਾ ਕੀਤਾ ਸੀ ਕਿ ਮੈਂ ਇਸ ਕੁੜੀ ਦੇ ਨਾਲ ਵਿਆਹ ਕਰ ਲਵਾਂਗਾ। ਕੁਝ ਦੇਰ ਬਾਅਦ ਕਾਨੂੰਨੀ ਤੌਰ ਉੱਤੇ ਅਸੀਂ ਦੋਵੇਂ ਪਤੀ ਪਤਨੀ ਬਣ ਚੁੱਕੇ ਸੀ। ਮੈਂ ਉਸਦੀ ਫੀਲਿੰਗ ਨੂੰ ਮਹਿਸੂਸ ਕਰ ਸਕਦਾ ਸੀ। ਉਹ ਵਿਚਾਰੀ ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਸਦਾ ਪੂਰਾ ਸਰੀਰ ਕੰਬ ਰਿਹਾ ਸੀ। ਉਹ ਬਿਲਕੁਲ ਖਾਮੋਸ਼ ਸੀ ਤੇ ਉਸਦੀਆਂ ਅੱਖਾਂ ਬਾਰ-ਬਾਰ ਨਮ ਹੋ ਰਹੀਆਂ ਸੀ।
ਜਦੋਂ ਉਸਨੇ ਕੋਰਟ ਮੈਰਿਜ ਦੇ ਪੇਪਰ ਉੱਤੇ ਸਾਈਨ ਕੀਤੇ ਸੀ, ਉਹ ਵਿਚਾਰੀ ਫੁੱਟ-ਫੁੱਟ ਕੇ ਰੋ ਰਹੀ ਸੀ। ਪਰ ਅਜਿਹਾ ਕਰਨਾ ਵੀ ਤਾਂ ਬਹੁਤ ਜ਼ਰੂਰੀ ਸੀ। ਕੱਲ੍ਹ ਰਾਤ ਜਦੋਂ ਮੈਂ ਕਮਰੇ ਵਿੱਚ ਗਿਆ ਸੀ ਤੇ ਉਹ ਔਰਤ ਜਦੋਂ ਕਮਰਾ ਬੰਦ ਕਰਕੇ ਉੱਥੋਂ ਤੋਂ ਚਲੀ ਗਈ ਸੀ, ਤਾਂ ਮੈਂ ਇੱਕ ਨਜ਼ਰ ਉਸ ਕੁੜੀ ਨੂੰ ਦੇਖਿਆ। ਉਹ ਬਹੁਤ ਜ਼ਿਆਦਾ ਖੂਬਸੂਰਤ ਸੀ, ਕਿਸੇ ਫਿਲਮੀ ਐਕਟਰਨੀ ਤੋਂ ਘੱਟ ਨਹੀਂ ਸੀ। ਮੇਰੀ ਨਜ਼ਰ ਉਸਦੀ ਖੂਬਸੂਰਤੀ ਤੋਂ ਹਟ ਹੀ ਨਹੀਂ ਰਹੀ ਸੀ। ਉਸਦੀ ਖੂਬਸੂਰਤੀ ਦੇਖ ਕੇ ਮੈਂ ਕਿ ਕੋਈ ਵੀ ਮੁੰਡਾ ਉਸਦਾ ਫਾਇਦਾ ਉਠਾਉਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਂਦਾ, ਪਰ ਉਸਦੇ ਚਿਹਰੇ ਉੱਤੇ ਇੱਕ ਅਜੀਬ ਜਿਹੀ ਮਾਸੂਮੀਅਤ ਮੈਨੂੰ ਨਜ਼ਰ ਆ ਰਹੀ ਸੀ ਤੇ ਉਸਦੀ ਸ਼ਰਾਫਤ ਦੇਖ ਕੇ ਮੇਰੇ ਦਿਲ ਮੈਨੂੰ ਇਹ ਗਲਤ ਕੰਮ ਕਰਨ ਤੋਂ ਰੋਕ ਰਿਹਾ ਸੀ। ਮੈਂ ਵੀ ਤਾਂ ਬਹੁਤ ਜ਼ਿਆਦਾ ਮਜਬੂਰ ਸੀ ਤੇ ਮੈਨੂੰ ਪੈਸਿਆਂ ਦੀ ਜ਼ਰੂਰਤ ਸੀ। ਮੈਂ ਬਹੁਤ ਜ਼ਿਆਦਾ ਕਨਫਿਊਜ਼ ਹੋ ਗਿਆ ਸੀ। ਮੈਂ ਕਮਰੇ ਵਿੱਚ ਇੱਧਰ ਉੱਧਰ ਟਹਿਲ ਕੇ ਸੋਚ ਰਿਹਾ ਸੀ ਕਿ ਰੱਬ ਮੈਨੂੰ ਕੋਈ ਸਹੀ ਰਸਤਾ ਦਿਖਾ ਦੇ ਕਿ ਮੈਂ ਕੁਝ ਗਲਤ ਵੀ ਨਾ ਕਰਾਂ ਤੇ ਮੈਨੂੰ ਪੈਸੇ ਵੀ ਮਿਲ ਜਾਣ। ਹਜੇ ਮੈਂ ਇਹ ਸਭ ਕੁਝ ਸੋਚ ਹੀ ਰਿਹਾ ਸੀ ਕਿ ਅਚਾਨਕ ਮੈਨੂੰ ਟੇਬਲ ਉੱਤੇ ਰੱਖੀ ਇੱਕ ਡਾਇਰੀ ਨਜ਼ਰ ਆ ਗਈ। ਇਹ ਡਾਇਰੀ ਉੱਪਰ ਤੋਂ ਬਹੁਤ ਜ਼ਿਆਦਾ ਖੂਬਸੂਰਤ ਸੀ। ਇਹ ਡਾਇਰੀ ਨੂੰ ਸ਼ਾਇਦ ਇਸ ਕੁੜੀ ਨੇ ਆਪਣੇ ਹੱਥਾਂ ਨਾਲ ਬਣਾਇਆ ਸੀ। ਮੈਂ ਡਾਇਰੀ ਨੂੰ ਖੋਲ੍ਹਿਆ ਤੇ ਪੜ੍ਹਨ ਦੇ ਲਈ ਬੈਠ ਗਿਆ। ਉਸ ਡਾਇਰੀ ਵਿੱਚ ਕੁੜੀ ਦੀ ਪੂਰੀ ਇਨਫੋਰਮੇਸ਼ਨ ਲਿਖੀ ਹੋਈ ਸੀ ਤੇ ਉਸਦੀ ਜ਼ਿੰਦਗੀ ਦੀ ਕਹਾਣੀ ਵੀ ਸੀ। ਇਸ ਡਾਇਰੀ ਵਿੱਚ ਲਿਖਿਆ ਹੋਇਆ ਸੀ ਕਿ ਇਹ ਔਰਤ ਮੇਰੀ ਸੌਤੇਲੀ ਮਾਂ ਹੈ, ਜਿਸਨੇ ਸਭ ਨੂੰ ਇਹ ਸਾਬਿਤ ਕੀਤਾ ਹੋਇਆ ਹੈ ਕਿ ਮੈਂ ਪਾਗਲ ਹਾਂ ਤੇ ਇਹ ਮੈਨੂੰ ਪਾਗਲ ਸਾਬਿਤ ਕਰਕੇ ਇਸ ਘਰ ਵਿੱਚੋਂ ਕੱਢ ਦੇਣਾ ਚਾਹੁੰਦੀ ਹੈ। ਮੈਂ ਆਪਣੀ ਸੌਤੇਲੀ ਮਾਂ ਤੋਂ ਬਹੁਤ ਤੰਗ ਆ ਗਈ ਹਾਂ। ਮੈਂ ਜੀਣਾ ਨਹੀਂ ਚਾਹੁੰਦੀ, ਕਿਉਂਕਿ ਮੈਂ ਅਜਿਹੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਜਿੱਥੇ ਮੇਰੇ ਆਪਣੇ ਹੀ ਮੇਰਾ ਯਕੀਨ ਨਾ ਕਰਨ। ਇਹ ਔਰਤ ਹਮੇਸ਼ਾ ਮੈਨੂੰ ਮੇਰੇ ਪਿਤਾ ਜੀ ਦੀਆਂ ਨਜ਼ਰਾਂ ਵਿੱਚ ਗਿਰਾਉਣ ਦੇ ਲਈ ਤਿਆਰ ਰਹਿੰਦੀ ਹੈ। ਮੇਰੇ ਪਿਤਾ ਜੀ ਮੇਰੇ ਤੋਂ ਨਾਰਾਜ਼ ਰਹਿਣ ਲੱਗੇ ਨੇ। ਉਹਨਾਂ ਨੂੰ ਵੀ ਲੱਗਦਾ ਹੈ ਕਿ ਮੈਂ ਪਾਗਲ ਹਾਂ ਤੇ ਪਾਗਲਾਂ ਵਰਗੀਆਂ ਹਰਕਤਾਂ ਕਰਨ ਲੱਗੀ ਹਾਂ, ਪਰ ਮੈਂ ਪਾਗਲ ਨਹੀਂ ਹਾਂ, ਮੈਂ ਬਿਲਕੁਲ ਠੀਕ ਹਾਂ। ਇਹ ਔਰਤ ਮੈਨੂੰ ਘਰ ਵਿੱਚੋਂ ਕੱਢ ਕੇ ਮੇਰੇ ਹਿੱਸੇ ਦੀ ਜਾਇਦਾਦ ਆਪਣੇ ਨਾਮ ਕਰਨਾ ਚਾਹੁੰਦੀ ਹੈ। ਹੋਰ ਵੀ ਇਸ ਡਾਇਰੀ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਸੀ, ਜਿਨ੍ਹਾਂ ਨੂੰ ਪੜ੍ਹ ਕੇ ਮੇਰਾ ਦਿਲ ਦਹਿਲ ਗਿਆ ਸੀ। ਇਸ ਕੁੜੀ ਨੇ ਲਿਖਿਆ ਹੋਇਆ ਸੀ ਕਿ ਮੇਰੀ ਇਹ ਸੌਤੇਲੀ ਮਾਂ ਮੇਰੇ ਨਾਲ ਕਾਫੀ ਕੁਝ ਗਲਤ ਕਰ ਚੁੱਕੀ ਹੈ। ਹੁਣ ਮੇਰੇ ਅੰਦਰ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਹੈ। ਹੁਣ ਅੱਗੇ ਜੇ ਇਸਨੇ ਮੇਰੇ ਨਾਲ ਕੁਝ ਵੀ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਪਿਤਾ ਜੀ ਦੀਆਂ ਨਜ਼ਰਾਂ ਵਿੱਚ ਮੈਨੂੰ ਗਲਤ ਸਾਬਿਤ ਕੀਤਾ ਤਾਂ ਮੈਂ ਸੁਸਾਈਡ ਕਰ ਲਵਾਂਗੀ। ਉਸ ਕੁੜੀ ਦੀ ਕਹਾਣੀ ਵਿੱਚ ਬਹੁਤ ਦਰਦ ਸੀ। ਉਹ ਵਿਚਾਰੀ ਬਚਪਨ ਤੋਂ ਹੀ ਬਹੁਤ ਪਰੇਸ਼ਾਨ ਸੀ। ਮੈਨੂੰ ਉਸ ਵਿਚਾਰੀ ਕੁੜੀ ਉੱਤੇ ਤਰਸ ਆ ਰਿਹਾ ਸੀ ਤੇ ਹੁਣ ਉਸਦੀ ਸੌਤੇਲੀ ਮਾਂ ਨੇ ਮੈਨੂੰ ਕੰਮ ਦਿੱਤਾ ਸੀ ਕਿ ਮੈਂ ਉਸਦੇ ਨਾਲ ਇੱਕ ਰਾਤ ਗੁਜ਼ਾਰਾਂ। ਮੈਂ ਸਮਝ ਗਿਆ ਸੀ ਕਿ ਉਸਦੀ ਮਾਂ ਉਸ ਉੱਤੇ ਗਲਤ ਆਰੋਪ ਲਗਾ ਕੇ ਉਸ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਆਪਣੇ ਪਿਤਾ ਜੀ ਦੀਆਂ ਨਜ਼ਰਾਂ ਵਿੱਚ ਗਿਰ ਜਾਵੇ ਤੇ ਉਸਦੇ ਪਿਤਾ ਜੀ ਆਪਣੀ ਜਾਇਦਾਦ ਤੋਂ ਆਪਣੀ ਬੇਟੀ ਨੂੰ ਕੱਢ ਦੇਣ। ਭਲੇ ਹੀ ਮੈਂ ਉਸ ਔਰਤ ਦਾ ਕੰਮ ਕਰਨ ਦੇ ਲਈ ਤਿਆਰ ਹੋ ਗਿਆ ਸੀ, ਪਰ ਮੇਰੀ ਇਮਾਨਦਾਰੀ ਮੈਨੂੰ ਇਹ ਕੰਮ ਕਰਨ ਤੋਂ ਰੋਕ ਰਹੀ ਸੀ। ਹੁਣ ਤਾਂ ਮੈਂ ਸਮਝ ਗਿਆ ਸੀ ਕਿ ਜੇ ਇਸ ਕੁੜੀ ਦੇ ਨਾਲ ਹੋਰ ਜ਼ਿਆਦਾ ਗਲਤ ਕੀਤਾ ਗਿਆ ਤਾਂ ਇਹ ਕੁੜੀ ਆਪਣੀ ਜਾਨ ਲੈ ਲਵੇਗੀ ਤੇ ਮੈਂ ਇੱਕ ਮਾਸੂਮ ਕੁੜੀ ਨੂੰ ਆਪਣੀ ਵਜ੍ਹਾ ਨਾਲ ਮਰਨ ਨਹੀਂ ਦੇਣਾ ਚਾਹੁੰਦਾ ਸੀ। ਜੇ ਉਹ ਹੋਸ਼ ਵਿੱਚ ਹੁੰਦੀ ਤੇ ਆਪਣੀ ਮਰਜ਼ੀ ਦੇ ਨਾਲ ਇਹ ਸਭ ਕੁਝ ਕਰਦੀ ਤਾਂ ਵੀ ਸ਼ਾਇਦ ਮੇਰੀ ਇਮਾਨਦਾਰੀ ਮੈਨੂੰ ਉਸਦੇ ਨਾਲ ਇਹ ਸਭ ਕੁਝ ਕਰਨ ਤੋਂ ਰੋਕ ਲੈਂਦੀ, ਪਰ ਉਹ ਬੇਖਬਰ ਸੌਂ ਰਹੀ ਸੀ। ਹੋ ਨਾ ਹੋ ਉਸਦੀ ਮਾਂ ਨੇ ਜ਼ਬਰਦਸਤੀ ਉਸ ਨੂੰ ਬੇਹੋਸ਼ ਕੀਤਾ ਹੈ ਤਾਂ ਕਿ ਜਦੋਂ ਉਸ ਨੂੰ ਹੋਸ਼ ਆਵੇ ਤਾਂ ਉਸਦੀ ਇੱਜ਼ਤ ਲੁੱਟ ਚੁੱਕੀ ਹੋਵੇ। ਪਰ ਇਹ ਔਰਤ ਉਸ ਵਿਚਾਰੀ ਦੇ ਬਹੁਤ ਜ਼ਿਆਦਾ ਪਿੱਛੇ ਪਈ ਹੋਈ ਸੀ। ਉਹ ਔਰਤ ਜਿਵੇਂ ਵੀ ਸੀ ਉਸਦੀ ਮਾਂ ਸੀ, ਫਿਰ ਇੱਕ ਔਰਤ ਹੀ ਦੂਸਰੀ ਔਰਤ ਦੀ ਇੱਜ਼ਤ ਖਰਾਬ ਕਰਨ ਉੱਤੇ ਤੁਲੀ ਹੋਈ ਸੀ। ਮੈਂ ਉਸ ਕੁੜੀ ਦੇ ਨਾਲ ਕੁਝ ਵੀ ਗਲਤ ਨਾ ਕਰਨ ਦਾ ਫੈਸਲਾ ਕਰ ਲਿਆ ਸੀ ਤੇ ਫਿਰ ਮੈਂ ਸੋਚਿਆ ਕਿ ਮੈਂ ਇਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹਾਂ। ਕਈ ਵਾਰ ਮੈਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਜਾਗ ਹੀ ਨਹੀਂ ਰਹੀ ਸੀ। ਕੁਝ ਹੀ ਦੇਰ ਬਾਅਦ ਬਾਰ-ਬਾਰ ਆਵਾਜ਼ਾਂ ਦੀ ਵਜ੍ਹਾ ਨਾਲ ਉਸ ਨੂੰ ਹੋਸ਼ ਆ ਚੁੱਕਾ ਸੀ। ਜਿਵੇਂ ਹੀ ਉਹ ਜਾਗੀ ਉਸਨੇ ਆਪਣੇ ਕਮਰੇ ਦੀ ਚਾਰੋਂ ਤਰਫ ਦੇਖਿਆ ਸੀ ਤੇ ਫਿਰ ਮੈਨੂੰ ਦੇਖ ਕੇ ਉਹ ਘਬਰਾ ਗਈ ਤੇ ਰੋਣ ਲੱਗੀ, ਕਹਿਣ ਲੱਗੀ, ਤੂੰ ਕੌਣ ਹੈ ਤੇ ਇੱਥੇ ਮੇਰੇ ਕਮਰੇ ਵਿੱਚ ਕੀ ਕਰ ਰਿਹਾ ਹੈ। ਉਹ ਚੀਖ ਕੇ ਮੇਰੇ ਤੋਂ ਦੂਰ ਹਟ ਗਈ। ਉਸਦੀ ਆਵਾਜ਼ ਵੀ ਉਸੀ ਤਰ੍ਹਾਂ ਹੀ ਪਿਆਰੀ ਸੀ। ਮੈਂ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ, ਤੈਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਮੈਂ ਤੈਨੂੰ ਸਭ ਕੁਝ ਦੱਸਦਾ ਹਾਂ, ਮੈਂ ਕੋਈ ਗਲਤ ਇਨਸਾਨ ਨਹੀਂ ਹਾਂ। ਉਸਦੇ ਬਾਅਦ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ, ਜੋ ਕੁਝ ਉਸਦੀ ਮਾਂ ਨੇ ਮੈਨੂੰ ਉਸਦੇ ਨਾਲ ਕਰਨ ਦੇ ਲਈ ਕਿਹਾ ਸੀ ਤੇ ਉਸਦੇ ਬਦਲੇ ਵਿੱਚ ਮੈਨੂੰ 50 ਲੱਖ ਦੇਣ ਦਾ ਵਾਅਦਾ ਵੀ ਕੀਤਾ ਸੀ। ਇਹ ਸੁਣ ਕੇ ਤਾਂ ਉਸ ਨੂੰ ਆਪਣੇ ਕੰਨਾਂ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਹ ਆਪਣੇ ਹੱਥਾਂ ਵਿੱਚ ਆਪਣੇ ਚਿਹਰੇ ਨੂੰ ਛੁਪਾ ਕੇ ਫੁੱਟ-ਫੁੱਟ ਕੇ ਰੋਣ ਲੱਗੀ, ਕਹਿਣ ਲੱਗੀ, ਮੈਨੂੰ ਪਤਾ ਸੀ ਕਿ ਮੇਰੀ ਸੌਤੇਲੀ ਮਾਂ ਬਹੁਤ ਘਟੀਆ ਔਰਤ ਹੈ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਇੱਕ ਔਰਤ ਹੁੰਦੇ ਹੋਏ ਇਸ ਹੱਦ ਤੱਕ ਵੀ ਗਿਰ ਸਕਦੀ ਹੈ। ਸਹੀ ਕਿਹਾ ਹੈ ਕਿਸੇ ਨੇ ਕਿ ਸੌਤੇਲੀ ਮਾਂ ਸੌਤੇਲੀ ਹੀ ਹੁੰਦੀ ਹੈ। ਉਹ ਕਦੇ ਵੀ ਤੁਹਾਡੇ ਨਾਲ ਸਕਿਆਂ ਵਰਗਾ ਵਿਵਹਾਰ ਨਹੀਂ ਕਰ ਸਕਦੀ।
ਉਹ ਮੈਨੂੰ ਆਪਣੇ ਬਾਰੇ ਵਿੱਚ ਦੱਸਦੇ ਹੋਏ ਕਹਿਣ ਲੱਗੀ, ਜਦੋਂ ਮੈਂ 10 ਸਾਲ ਦੀ ਸੀ ਮੇਰੀ ਮਾਂ ਦੀ ਇੱਕ ਬਿਮਾਰੀ ਦੇ ਕਾਰਨ ਮੌਤ ਹੋ ਗਈ। ਮੈਂ ਆਪਣੀ ਮਾਤਾ ਪਿਤਾ ਦੀ ਇਕਲੌਤੀ ਬੇਟੀ ਸੀ। ਮੇਰੇ ਪੇਰੈਂਟਸ ਮੇਰੇ ਉੱਤੇ ਜਾਨ ਨਿਛਾਵਰ ਕਰਦੇ ਸੀ। ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਮੇਰੇ ਪਿਤਾ ਜੀ ਨੇ ਮੇਰੇ ਜਨਮ ਤੋਂ ਬਾਅਦ ਹੀ ਇਹ ਬੰਗਲਾ ਮੇਰੇ ਨਾਮ ਕਰ ਦਿੱਤਾ ਸੀ ਤੇ ਜੋ ਉਹਨਾਂ ਦੀ ਬਚੀ ਕੁਚੀ ਪ੍ਰਾਪਰਟੀ ਸੀ ਉਹ ਮੇਰੇ ਪਿਤਾ ਜੀ ਨੇ ਮੇਰੀ ਮਾਂ ਦੇ ਇਲਾਜ ਉੱਤੇ ਖਤਮ ਕਰ ਦਿੱਤੀ ਸੀ, ਕਿਉਂਕਿ ਉਹ ਮੇਰੀ ਮਾਂ ਨੂੰ ਹਰ ਤਰ੍ਹਾਂ ਨਾਲ ਬਚਾਉਣਾ ਚਾਹੁੰਦੇ ਸੀ। ਉਹਨਾਂ ਨੇ ਪੈਸੇ ਨੂੰ ਪਾਣੀ ਦੀ ਤਰ੍ਹਾਂ ਵਹਾ ਦਿੱਤਾ ਸੀ, ਪਰ ਫਿਰ ਵੀ ਮੇਰੀ ਮਾਂ ਨਾ ਬਚ ਸਕੀ। ਫਿਰ ਇੱਕ ਦਿਨ ਮੇਰੀ ਮਾਂ ਸਾਨੂੰ ਇਸ ਦੁਨੀਆ ਵਿੱਚ ਛੱਡ ਕੇ ਚਲੀ ਗਈ। ਉਸ ਦੇ ਬਾਅਦ ਮੇਰੇ ਪਿਤਾ ਜੀ ਨੇ ਮੇਰੀ ਮਾਂ ਦੀ ਮੌਤ ਦੇ ਦੁੱਖ ਨੂੰ ਆਪਣੇ ਦਿਲ ਨਾਲ ਲਗਾ ਲਿਆ ਤੇ ਉਹ ਇਸ ਗਮ ਵਿੱਚ ਬਰਬਾਦ ਹੁੰਦੇ ਚਲੇ ਗਏ। ਉਹਨਾਂ ਨੇ ਆਪਣੇ ਬਿਜ਼ਨਸ ਉੱਤੇ ਵੀ ਕੋਈ ਧਿਆਨ ਨਹੀਂ ਦਿੱਤਾ। ਮੇਰੇ ਪਿਤਾ ਜੀ ਬਰਬਾਦ ਹੁੰਦੇ ਚਲੇ ਗਏ। ਇਹ ਬੰਗਲਾ ਮੇਰੇ ਨਾਮ ਸੀ। ਮੈਂ ਇਸ ਬੰਗਲੇ ਦੀ ਮਾਲਕਿਨ ਸੀ ਤੇ ਮੈਂ ਵੀ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰਨ ਲੱਗੀ ਸੀ। ਮੈਂ ਪੜ੍ਹਾਈ ਵੀ ਕਰਨੀ ਹੁੰਦੀ ਸੀ, ਪਰ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜੋ ਇੱਕ ਮਰਦ ਸਿਰਫ ਆਪਣੀ ਪਤਨੀ ਨਾਲ ਹੀ ਕਰ ਸਕਦਾ ਹੈ। ਮੈਂ ਬੇਟੀ ਹੋ ਕੇ ਆਪਣੇ ਪਿਤਾ ਜੀ ਦਾ ਭਰਪੂਰ ਖਿਆਲ ਰੱਖਦੀ ਸੀ, ਪਰ ਫਿਰ ਵੀ ਆਪਣੀ ਪੜ੍ਹਾਈ ਵਿੱਚ ਬਿਜ਼ੀ ਹੋਣ ਦੀ ਵਜ੍ਹਾ ਨਾਲ ਮੈਂ ਆਪਣੇ ਪਿਤਾ ਜੀ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਨਹੀਂ ਕਰ ਪਾਉਂਦੀ ਸੀ। ਮੇਰੇ ਪਿਤਾ ਜੀ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਸਮਝਾਇਆ ਕਿ ਉਹਨਾਂ ਨੂੰ ਦੂਸਰਾ ਵਿਆਹ ਕਰਨਾ ਚਾਹੀਦਾ ਹੈ। ਹੁਣ ਮੇਰੀ ਉਮਰ 15 ਸਾਲ ਹੋ ਗਈ ਸੀ ਤੇ ਮੈਂ ਹੌਲੀ-ਹੌਲੀ ਜਵਾਨ ਹੋਣ ਲੱਗੀ ਸੀ ਤੇ ਇਸੇ ਤਰ੍ਹਾਂ ਨਾਲ ਮੇਰੇ ਪਾਪਾ ਦਾ ਵਿਆਹ ਮੇਰੀ ਸੌਤੇਲੀ ਮਾਂ ਦੇ ਨਾਲ ਹੋ ਗਿਆ, ਕਿਉਂਕਿ ਇਹ ਮੇਰੇ ਪਾਪਾ ਦੇ ਦੋਸਤ ਦੀ ਭੈਣ ਸੀ ਤੇ ਤਲਾਕਸ਼ੁਦਾ ਸੀ। ਇਸ ਔਰਤ ਦੇ ਪਤੀ ਨੇ ਇਸ ਨੂੰ ਤਲਾਕ ਦੇ ਕੇ ਘਰ ਵਿੱਚੋਂ ਕੱਢ ਦਿੱਤਾ ਸੀ। ਮੇਰੇ ਪਿਤਾ ਜੀ ਨੇ ਇਸ ਨਾਲ ਵਿਆਹ ਕਰਕੇ ਇਸ ਨੂੰ ਸਾਡੇ ਘਰ ਵਿੱਚ ਸਹਾਰਾ ਦਿੱਤਾ। ਮੇਰੇ ਪਾਪਾ ਨੂੰ ਲੱਗਦਾ ਸੀ ਕਿ ਇਹ ਔਰਤ ਮੇਰੇ ਪਾਪਾ ਤੇ ਉਹਨਾਂ ਦੀ ਬੇਟੀ ਦਾ ਬਹੁਤ ਖਿਆਲ ਰੱਖੇਗੀ। ਮੈਨੂੰ ਵੀ ਆਪਣੇ ਪਾਪਾ ਦੇ ਦੂਸਰੇ ਵਿਆਹ ਤੋਂ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਮੈਂ ਸੋਚਦੀ ਸੀ ਕਿ ਇਸ ਤਰ੍ਹਾਂ ਨਾਲ ਮੇਰੇ ਪਾਪਾ ਦਾ ਇਕੱਲਾਪਨ ਦੂਰ ਹੋ ਜਾਵੇਗਾ ਤੇ ਮੈਨੂੰ ਵੀ ਮਾਂ ਦਾ ਪਿਆਰ ਮਿਲ ਜਾਵੇਗਾ। ਪਰ ਇਸ ਔਰਤ ਨੇ ਘਰ ਵਿੱਚ ਆਉਣ ਤੋਂ ਬਾਅਦ ਇੱਕ ਮੇਰੇ ਖਿਲਾਫ ਚਾਲ ਚੱਲਣੀ ਸ਼ੁਰੂ ਕਰ ਦਿੱਤੀ, ਕਿਉਂਕਿ ਇਹ ਔਰਤ ਚੰਗੀ ਤਰ੍ਹਾਂ ਨਾਲ ਜਾਣਦੀ ਸੀ ਕਿ ਇਸ ਬੰਗਲੇ ਦੇ ਇਲਾਵਾ ਮੇਰੇ ਪਾਪਾ ਦੇ ਕੋਲ ਹੋਰ ਕੋਈ ਪ੍ਰਾਪਰਟੀ ਨਹੀਂ ਹੈ, ਕਿਉਂਕਿ ਜੋ ਬਚੀ ਕੁਚੀ ਪ੍ਰਾਪਰਟੀ ਸੀ ਉਹ ਕਾਫੀ ਸਾਲ ਪਹਿਲਾਂ ਮੇਰੀ ਮਾਂ ਦੇ ਇਲਾਜ ਵਿੱਚ ਖਤਮ ਹੋ ਚੁੱਕੀ ਸੀ। ਹੁਣ ਜੋ ਕੁਝ ਵੀ ਸੀ ਉਹ ਇਹੀ ਸੀ। ਮੇਰੇ ਪਾਪਾ ਦਾ ਬਿਜ਼ਨਸ ਬਹੁਤ ਚੰਗਾ ਸੀ। ਉਹ ਕਾਫੀ ਸਾਰਾ ਪੈਸਾ ਕਮਾਉਂਦੇ ਸੀ, ਕਿਉਂਕਿ ਉਹਨਾਂ ਨੇ ਦੂਸਰਾ ਵਿਆਹ ਕਰਨ ਤੋਂ ਬਾਅਦ ਆਪਣੇ ਬਿਜ਼ਨਸ ਉੱਤੇ ਦੁਬਾਰਾ ਤੋਂ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਪਰ ਇਸ ਔਰਤ ਨੂੰ ਹਮੇਸ਼ਾ ਹੀ ਇਹੀ ਗੱਲ ਖਟਕਦੀ ਸੀ ਕਿ ਇਹ ਬੰਗਲਾ ਉਸਦੇ ਪਤੀ ਦੀ ਬੇਟੀ ਦੇ ਨਾਮ ਕਿਉਂ ਹੈ। ਹਾਲਾਂਕਿ ਉਹ ਹੁਣ ਮੇਰੇ ਪਿਤਾ ਜੀ ਦੀ ਪਤਨੀ ਬਣ ਕੇ ਇਸ ਘਰ ਵਿੱਚ ਆ ਗਈ ਸੀ ਤਾਂ ਇਹ ਬੰਗਲਾ ਉਸਦੇ ਨਾਮ ਹੋਣਾ ਚਾਹੀਦਾ ਸੀ। ਮੈਂ ਉਸ ਨੂੰ ਆਪਣੀ ਮਾਂ ਸਮਝ ਕੇ ਉਸਦੇ ਕਰੀਬ ਜਾਂਦੀ ਸੀ, ਪਰ ਉਹ ਔਰਤ ਹਰ ਵਾਰ ਮੈਨੂੰ ਧੁਤਕਾਰ ਦਿੰਦੀ ਸੀ। ਮੇਰੇ ਪਿਤਾ ਜੀ ਦੇ ਸਾਹਮਣੇ ਤਾਂ ਅਜਿਹੀ ਐਕਟਿੰਗ ਕਰਦੀ ਸੀ ਜਿਵੇਂ ਮੈਨੂੰ ਬਹੁਤ ਪਿਆਰ ਕਰਦੀ ਹੋਵੇ, ਪਰ ਉਹਨਾਂ ਦੇ ਪਿੱਛੋਂ ਮੇਰੇ ਉੱਤੇ ਅਤਿਆਚਾਰ ਕਰਦੀ ਸੀ। ਮੈਨੂੰ ਖਾਣਾ ਨਹੀਂ ਦਿੰਦੀ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਸੀ। ਇਸ ਤਰ੍ਹਾਂ ਮੇਰੀ ਉਮਰ 18 ਸਾਲ ਹੋ ਗਈ। ਇਸ ਔਰਤ ਨੇ ਮੇਰੇ ਉੱਤੇ ਇਲਜ਼ਾਮ ਲਗਾ ਕੇ ਮੇਰੇ ਪਿਤਾ ਜੀ ਨੂੰ ਮੇਰੇ ਖਿਲਾਫ ਕਰ ਦਿੱਤਾ। ਕਦੇ-ਕਦੇ ਮੇਰੇ ਪਿਤਾ ਜੀ ਮੇਰੀ ਗੱਲ ਮੰਨ ਲੈਂਦੇ ਸੀ, ਪਰ ਕਦੇ-ਕਦੇ ਉਹ ਮੇਰੇ ਉੱਤੇ ਇਸ ਔਰਤ ਦੇ ਲਈ ਹੱਥ ਵੀ ਉਠਾ ਦਿੰਦੇ ਸੀ। ਇਸ ਔਰਤ ਨੇ ਮੇਰੀਆਂ ਅਜਿਹੀਆਂ ਅਜੀਬੋ-ਗਰੀਬ ਹਰਕਤਾਂ ਮੇਰੇ ਪਿਤਾ ਜੀ ਨੂੰ ਦੱਸੀਆਂ ਕਿ ਉਹਨਾਂ ਨੇ ਮੈਨੂੰ ਪਾਗਲ ਸਮਝਣਾ ਸ਼ੁਰੂ ਕਰ ਦਿੱਤਾ ਅਤੇ ਸਿਰਫ ਮੈਨੂੰ ਕਮਰੇ ਵਿੱਚ ਬੰਦ ਰਹਿਣ ਦੇ ਲਈ ਕਿਹਾ। ਮੈਂ ਪਿਛਲੇ 7-8 ਸਾਲਾਂ ਤੋਂ ਇਸ ਕਮਰੇ ਵਿੱਚ ਹੀ ਬੰਦ ਰਹਿੰਦੀ ਹਾਂ। ਮੇਰੀ ਸੌਤੇਲੀ ਮਾਂ ਚਾਹੁੰਦੀ ਹੈ ਕਿ ਮੇਰੇ ਪਿਤਾ ਜੀ ਮੇਰੇ ਤੋਂ ਮੇਰੀ ਜਾਇਦਾਦ ਵਾਪਸ ਲੈ ਲੈਣ, ਪਰ ਹਜੇ ਤੱਕ ਮੇਰੇ ਪਿਤਾ ਜੀ ਦੇ ਦਿਮਾਗ ਵਿੱਚ ਅਜਿਹੀ ਕੋਈ ਗੱਲ ਨਹੀਂ ਆਈ ਹੈ। ਪਰ ਇਹ ਔਰਤ ਚਾਹੁੰਦੀ ਹੈ ਕਿ ਮੇਰੇ ਪਿਤਾ ਜੀ ਮੇਰੇ ਤੋਂ ਮੇਰੀ ਜਾਇਦਾਦ ਲੈ ਕੇ ਉਸ ਔਰਤ ਦੇ ਨਾਮ ਕਰ ਦੇਣ, ਕਿਉਂਕਿ ਉਹ ਉਹਨਾਂ ਦੀ ਪਤਨੀ ਬਣ ਕੇ ਇਸ ਘਰ ਵਿੱਚ ਆ ਗਈ ਹੈ, ਜਿਸ ਉੱਤੇ ਹੁਣ ਉਸਦਾ ਹੱਕ ਹੈ। ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀ ਜਾਇਦਾਦ ਉਸਦੇ ਨਾਮ ਹੋ ਜਾਵੇ। ਜੇ ਮੈਂ ਉਹਨਾਂ ਨੂੰ ਇਹ ਬੰਗਲਾ ਦੇ ਵੀ ਦਿੱਤਾ ਤਾਂ ਉਹ ਬਦਲੇ ਵਿੱਚ ਮੈਨੂੰ ਪਿਆਰ ਕਦੇ ਵੀ ਨਹੀਂ ਦੇਵੇਗੀ। ਉਹ ਮੈਨੂੰ ਇਸ ਘਰ ਵਿੱਚੋਂ ਕੱਢ ਦੇਣਾ ਚਾਹੁੰਦੀ ਹੈ। ਮੈਨੂੰ ਪਤਾ ਹੈ ਜੇ ਮੈਂ ਉਸਦੇ ਨਾਮ ਆਪਣਾ ਬੰਗਲਾ ਕਰਵਾ ਦਿੱਤਾ ਤਾਂ ਉਹ ਮੇਰੀ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਬਰਬਾਦ ਕਰ ਦੇਵੇਗੀ। ਉਹ ਮੇਰੀ ਜ਼ਿੰਦਗੀ ਪਹਿਲਾਂ ਹੀ ਬਹੁਤ ਖਰਾਬ ਕਰ ਚੁੱਕੀ ਹੈ, ਕਿਉਂਕਿ ਉਹ ਮੈਨੂੰ ਪਾਗਲ ਸਾਬਤ ਕਰ ਚੁੱਕੀ ਹੈ। ਮੇਰੇ ਪਿਤਾ ਜੀ ਨੂੰ ਮੇਰੇ ਖਿਲਾਫ ਕਰ ਚੁੱਕੀ ਹੈ। ਹੋਰ ਤਾਂ ਹੋਰ ਮੇਰਾ ਆਪਣੇ ਕਮਰੇ ਵਿੱਚੋਂ ਨਿਕਲਣਾ ਵੀ ਬਿਲਕੁਲ ਬੰਦ ਹੋ ਗਿਆ ਹੈ। ਇਸ ਲਈ ਤਾਂ ਇਸ ਔਰਤ ਨੇ ਇਹ ਚਾਲ ਚੱਲੀ ਹੈ ਕਿ ਉਸਨੇ ਤੈਨੂੰ ਮੇਰੇ ਕਮਰੇ ਵਿੱਚ ਰਾਤ ਗੁਜ਼ਾਰਨ ਦੇ ਲਈ ਭੇਜ ਦਿੱਤਾ। ਮੈਨੂੰ ਪੂਰਾ ਯਕੀਨ ਹੈ ਕਿ ਇਸ ਕਮਰੇ ਵਿੱਚ ਕਿਤੇ ਨਾ ਕਿਤੇ ਕੈਮਰਾ ਲੱਗਿਆ ਹੋਵੇਗਾ ਤਾਂ ਕਿ ਉਹ ਸਬੂਤ ਇਕੱਠਾ ਕਰਨ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਦਿਖਾ ਸਕੇ ਤੇ ਹੁਣ ਦੀ ਵਾਰ ਮੇਰੇ ਪਿਤਾ ਜੀ ਮੈਨੂੰ ਧੱਕੇ ਮਾਰ ਕੇ ਆਪਣੀ ਜਾਇਦਾਦ ਵਿੱਚੋਂ ਬੇਦਖਲ ਕਰਕੇ ਮੈਨੂੰ ਇਸ ਘਰ ਵਿੱਚੋਂ ਕੱਢ ਦੇਣਗੇ ਤੇ ਔਰਤ ਇਸ ਘਰ ਵਿੱਚ ਹੱਸੀ ਖੁਸ਼ੀ ਐਸ਼ ਕਰੇਗੀ।
ਉਹ ਕੁੜੀ ਜ਼ੋਰ ਨਾਲ ਰੋ ਰਹੀ ਸੀ, ਕਹਿਣ ਲੱਗੀ, ਮੇਰਾ ਇਸ ਦੁਨੀਆ ਵਿੱਚ ਮੇਰੇ ਪਿਤਾ ਜੀ ਤੋਂ ਇਲਾਵਾ ਕੋਈ ਨਹੀਂ ਹੈ। ਪਰ ਇਹ ਔਰਤ ਮੇਰੇ ਪਿਤਾ ਜੀ ਨੂੰ ਮੇਰੇ ਤੋਂ ਖੋ ਚੁੱਕੀ ਹੈ। ਮੈਨੂੰ ਆਪਣੀ ਜ਼ਿੰਦਗੀ ਬਿਲਕੁਲ ਵੀ ਚੰਗੀ ਨਹੀਂ ਲੱਗਦੀ। ਮੈਂ ਮਰ ਜਾਣਾ ਚਾਹੁੰਦੀ ਹਾਂ। ਉਹ ਜ਼ੋਰ-ਜ਼ੋਰ ਨਾਲ ਚਿਲਾ ਰਹੀ ਸੀ। ਮੈਂ ਉਸ ਨੂੰ ਚੁੱਪ ਕਰਵਾਇਆ ਤੇ ਕਿਹਾ ਕਿ ਮੈਂ ਤੇਰਾ ਸਾਥ ਦੇਵਾਂਗਾ, ਤੂੰ ਫਿਕਰ ਨਾ ਕਰ। ਮੈਂ ਅਜਿਹਾ ਇਨਸਾਨ ਨਹੀਂ ਹਾਂ ਕਿ ਤੇਰਾ ਫਾਇਦਾ ਉਠਾਵਾਂ। ਉਹ ਮੇਰੀ ਗੱਲ ਸੁਣ ਕੇ ਖਾਮੋਸ਼ ਹੋ ਗਈ। ਮੈਂ ਕਿਹਾ ਕਿ ਮੈਂ ਤੇਰੀ ਡਾਇਰੀ ਪੜ੍ਹ ਚੁੱਕਾ ਹਾਂ। ਮੈਨੂੰ ਤੇਰੀ ਬੀਤੀ ਹੋਈ ਜ਼ਿੰਦਗੀ ਦੇ ਬਾਰੇ ਵਿੱਚ ਤੇਰੀ ਡਾਇਰੀ ਵਿੱਚੋਂ ਸਭ ਕੁਝ ਪਤਾ ਚੱਲ ਚੁੱਕਾ ਹੈ। ਉਹ ਕਹਿਣ ਲੱਗੀ, ਤੂੰ ਮੇਰੀ ਕਿਸ ਤਰ੍ਹਾਂ ਨਾਲ ਮਦਦ ਕਰੇਗਾ? ਮੈਂ ਕਿਹਾ, ਮੈਂ ਤੇਰੇ ਨਾਲ ਵਿਆਹ ਕਰਾਂਗਾ। ਮੈਨੂੰ ਤੇਰੀ ਜਾਇਦਾਦ ਨਾਲ ਕੋਈ ਮਤਲਬ ਨਹੀਂ ਹੈ। ਮੈਂ ਫਿਰ ਉਸ ਨੂੰ ਆਪਣੇ ਪਲਾਨ ਦੇ ਬਾਰੇ ਵਿੱਚ ਦੱਸਿਆ ਤੇ ਮੈਂ ਸ਼ਰਟ ਦੇ ਬਟਨ ਲਗਾਉਂਦਾ ਹੋਇਆ ਨੀਚੇ ਉਤਰ ਆਇਆ। ਮੈਂ ਉਸਦੀ ਮਾਂ ਤੋਂ ਪੈਸੇ ਲਏ ਤੇ ਉੱਥੋਂ ਤੋਂ ਨਿਕਲ ਆਇਆ। ਅਗਲੇ ਦਿਨ ਸਾਡੇ ਪਲਾਨ ਦੇ ਮੁਤਾਬਿਕ ਉਸ ਕੁੜੀ ਅੰਜਲੀ ਨੇ ਆਪਣੀ ਮਾਂ ਨੂੰ ਰੋਂਦੇ ਹੋਏ ਦੱਸਿਆ ਕਿ ਉਸਦੀ ਇੱਜ਼ਤ ਖਰਾਬ ਹੋ ਗਈ ਹੈ। ਉਦੋਂ ਹੀ ਮੈਨੂੰ ਉਸ ਔਰਤ ਨੇ ਫੋਨ ਕਰਕੇ ਦੱਸਿਆ ਕਿ ਤੂੰ ਬਹੁਤ ਚੰਗੇ ਤਰੀਕੇ ਨਾਲ ਕੰਮ ਕੀਤਾ ਹੈ। ਮੈਂ ਉਸ ਨੂੰ ਆਪਣੇ ਨਾਲ ਲੈ ਆਇਆ ਸੀ। ਅਸੀਂ ਦੋਨਾਂ ਨੇ ਕੋਰਟ ਮੈਰਿਜ ਕਰ ਲਈ ਸੀ। ਅੰਜਲੀ ਦੇ ਪਿਤਾ ਜੀ 2 ਦਿਨਾਂ ਦੇ ਲਈ ਅਮਰੀਕਾ ਗਏ ਹੋਏ ਸੀ। ਜਦੋਂ 2 ਦਿਨਾਂ ਦੇ ਬਾਅਦ ਅੰਜਲੀ ਦਾ ਪਿਤਾ ਘਰ ਆਇਆ ਤਾਂ ਅੰਜਲੀ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਤੇਰੀ ਬੇਟੀ ਨੇ ਕਿਸੇ ਦੇ ਨਾਲ ਆਪਣਾ ਮੂੰਹ ਕਾਲਾ ਕਰ ਲਿਆ ਹੈ। ਹੁਣ ਜਲਦੀ ਨਾਲ ਇਸ ਘਰ ਵਿੱਚੋਂ ਧੱਕੇ ਮਾਰ ਕੇ ਉਸ ਨੂੰ ਕੱਢ ਦਿਓ। ਅੰਜਲੀ ਦੀ ਮਾਂ ਨੇ ਉਸ ਦੇ ਕਮਰੇ ਵਿੱਚ ਲੱਗੇ ਹੋਏ ਕੈਮਰੇ ਦੀ ਰਿਕਾਰਡਿੰਗ ਉਸ ਦੇ ਪਿਤਾ ਨੂੰ ਦਿਖਾਉਣੀ ਚਾਹੀ, ਪਰ ਉਹ ਰਿਕਾਰਡਿੰਗ ਚੱਲੀ ਹੀ ਨਹੀਂ ਕਿਉਂਕਿ ਮੈਂ ਕੈਮਰੇ ਦੀ ਤਾਰ ਡਿਸਕਨੈਕਟ ਕਰ ਦਿੱਤੀ ਸੀ, ਜਿਸ ਦੇ ਬਾਅਦ ਉਸ ਦੇ ਅੰਦਰ ਕੁਝ ਵੀ ਰਿਕਾਰਡ ਨਹੀਂ ਹੋਇਆ ਕਿਉਂਕਿ ਅੰਜਲੀ ਮੈਨੂੰ ਦੱਸ ਚੁੱਕੀ ਸੀ ਕਿ ਇਸ ਕਮਰੇ ਵਿੱਚ ਜ਼ਰੂਰ ਕੈਮਰਾ ਲੱਗਿਆ ਹੋਇਆ ਹੋਵੇਗਾ। ਤੇ ਉਸਦੇ ਦੱਸਣ ਦੇ ਮੁਤਾਬਿਕ ਜਦੋਂ ਮੈਂ ਕਮਰੇ ਨੂੰ ਚੈੱਕ ਕੀਤਾ ਤਾਂ ਕਮਰੇ ਵਿੱਚ ਕੈਮਰਾ ਮੌਜੂਦ ਸੀ ਕਿਉਂਕਿ ਉਸ ਦੀ ਮਾਂ ਸਬੂਤ ਇਕੱਠੇ ਕਰਨਾ ਚਾਹੁੰਦੀ ਸੀ। ਪਰ ਮੇਰੇ ਕੋਲ ਇੱਕ ਅਜਿਹਾ ਸਬੂਤ ਸੀ ਜਿਸ ਨੇ ਅੰਜਲੀ ਦੀ ਸੌਤੇਲੀ ਮਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ। ਮੈਂ ਅੰਜਲੀ ਦੇ ਪਿਤਾ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਪਤਨੀ ਦੀ ਕਾਲ ਰਿਕਾਰਡਿੰਗ ਉਹਨਾਂ ਨੂੰ ਭੇਜ ਚੁੱਕਾ ਸੀ। ਜਦੋਂ ਅੰਜਲੀ ਦੀ ਮਾਂ ਨੇ ਦੂਸਰੇ ਦਿਨ ਕਾਲ ਕਰਕੇ ਮੈਨੂੰ ਕਿਹਾ ਕਿ ਤੂੰ ਮੇਰੀ ਬੇਟੀ ਦੇ ਨਾਲ ਬਹੁਤ ਚੰਗਾ ਕੰਮ ਕੀਤਾ ਹੈ, ਮੈਂ ਜਹਾਂ ਹੀ ਚਾਹੁੰਦੀ ਸੀ ਕਿ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਵੇ ਤੇ ਉਹ ਫੁੱਟ-ਫੁੱਟ ਕੇ ਰੋਵੇ। ਉਹ ਉਸੇ ਤਰ੍ਹਾਂ ਰੋ ਰਹੀ ਹੈ। ਜੇ ਤੈਨੂੰ ਪੈਸਿਆਂ ਦੀ ਜ਼ਰੂਰਤ ਹੋਵੇ ਤਾਂ ਮੇਰੇ ਤੋਂ ਲੈ ਲੈਣਾ। ਇਹ ਪੂਰੀ ਗੱਲ ਮੈਂ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਸੀ ਤੇ ਉਹੀ ਰਿਕਾਰਡਿੰਗ ਮੈਂ ਅੰਜਲੀ ਦੇ ਪਿਤਾ ਜੀ ਨੂੰ ਭੇਜ ਦਿੱਤੀ। ਅੰਜਲੀ ਦੇ ਪਿਤਾ ਜੀ ਨੇ ਆਪਣੀ ਬੇਟੀ ਉੱਤੇ ਹੱਥ ਹਟਾਉਣ ਦੀ ਬਜਾਏ ਆਪਣੀ ਪਤਨੀ ਉੱਤੇ ਹੱਥ ਉਠਾਇਆ ਤੇ ਉਸ ਨੂੰ ਉਹ ਰਿਕਾਰਡਿੰਗ ਸੁਣਾ ਦਿੱਤੀ। ਅੰਜਲੀ ਦੀ ਮਾਂ ਨੂੰ ਇਹ ਉਮੀਦ ਨਹੀਂ ਸੀ ਕਿ ਆਪਣੇ ਵਿਛਾਏ ਹੋਏ ਜਾਲ ਵਿੱਚ ਉਹ ਖੁਦ ਹੀ ਫਸ ਸਕਦੀ ਹੈ। ਅੰਜਲੀ ਨੇ ਵੀ ਸਭ ਕੁਝ ਸੱਚ-ਸੱਚ ਦੱਸ ਦਿੱਤਾ ਤੇ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰ ਚੁੱਕੀ ਹੈ। ਮੈਂ ਵੀ ਮੌਕੇ ਉੱਤੇ ਪਹੁੰਚ ਗਿਆ ਤੇ ਮੈਂ ਕਿਹਾ ਕਿ ਇਸ ਔਰਤ ਨੇ ਮੈਨੂੰ ਇਸ ਗਲਤ ਕੰਮ ਦੇ ਲਈ ਪੈਸੇ ਦਿੱਤੇ ਸੀ। ਅੰਜਲੀ ਦੇ ਪਿਤਾ ਜੀ ਨੇ ਆਪਣੀ ਦੂਸਰੀ ਪਤਨੀ ਨੂੰ ਡਿਵੋਰਸ ਦੇ ਕੇ ਘਰ ਵਿੱਚੋਂ ਕੱਢ ਦਿੱਤਾ। ਹੁਣ ਅੰਜਲੀ ਦੀ ਸੌਤੇਲੀ ਮਾਂ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਅੰਜਲੀ ਦੇ ਪਿਤਾ ਜੀ ਨੇ ਖੁਸ਼ੀ-ਖੁਸ਼ੀ ਮੇਰਾ ਤੇ ਅੰਜਲੀ ਦਾ ਵਿਆਹ ਧੂਮ-ਧਾਮ ਨਾਲ ਕਰ ਦਿੱਤਾ। ਸ਼ੁਰੂ ਵਿੱਚ ਮੇਰੇ ਦਿਲ ਵਿੱਚ ਲਾਲਚ ਆ ਗਿਆ ਸੀ, ਪਰ ਮੈਂ ਕਿਸੇ ਔਰਤ ਦੀ ਇੱਜ਼ਤ ਖਰਾਬ ਨਹੀਂ ਕਰ ਸਕਦਾ ਸੀ। ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਉਹਨਾਂ ਨੇ ਕਿਹਾ ਕਿ ਤੈਨੂੰ ਚੋਰੀ ਛੁਪੇ ਵਿਆਹ ਕਰਨ ਦੀ ਕੀ ਜ਼ਰੂਰਤ ਸੀ। ਮੈਂ ਤੇਰੇ ਨਾਲ ਖੁਸ਼ੀ-ਖੁਸ਼ੀ ਆਪਣੀ ਬੇਟੀ ਦਾ ਵਿਆਹ ਕਰਵਾ ਦਿੰਦਾ ਤੇ ਇਹੀ ਹੋਇਆ। ਉਹਨਾਂ ਨੇ ਖੁਸ਼ੀ-ਖੁਸ਼ੀ ਮੇਰਾ ਤੇ ਅੰਜਲੀ ਦਾ ਵਿਆਹ ਕਰਵਾ ਦਿੱਤਾ ਸੀ। ਮੇਰੀ ਮਾਂ ਤੇ ਭੈਣ ਨੂੰ ਵੀ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਅੰਜਲੀ ਖੂਬਸੂਰਤ ਹੋਣ ਦੇ ਨਾਲ ਇੱਕ ਸੰਸਕਾਰੀ ਤੇ ਅਮੀਰ ਪਿਤਾ ਜੀ ਦੀ ਬੇਟੀ ਸੀ। ਮੇਰੀ ਸ਼ਾਦੀशुदा ਜ਼ਿੰਦਗੀ ਅੰਜਲੀ ਦੇ ਨਾਲ ਬਹੁਤ ਚੰਗੀ ਗੁਜ਼ਰ ਰਹੀ ਹੈ ਤੇ ਮੈਂ ਅੰਜਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ। ਦੋਸਤੋ, ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ। ਧੰਨਵਾਦ ਜੀ।